ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਜੀ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਭਗਤ ਬਿਰਾਜਤ ਨਿਕਟ ਗੁਰ
ਦਰਸ਼ਨ ਤੇ ਸੁਖ ਪਾਏ। ਮਨః ਸ਼ਾਂਤ ਚਿਤ ਸ਼ਿਵ ਥਿਰਿਓ, ਬੀਚ ਮੁਨਿਨ ਸਮੁਦਾਏ। ਭਗਤ ਬਿਰਾਜਤ ਨਿਕਟ ਗੁਰ, ਦਰਸ਼ਨ ਤੇ ਸੁਖ ਪਾਏ। ਮਨః ਸ਼ਾਂਤ ਚਿਤ ਸ਼ਿਵ ਥਿਰਿਓ, ਬੀਚ ਮੁਨਿਨ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਦਇਆ ਮਿਹਰਾਮਤਾਂ ਦਾ ਸਾਗਰ, ਦੀਨਾ ਬੰਧੂ ਗੁਰੂ ਗਰੀਬ ਨਵਾਜ, ਲੋਕ ਪਰਲੋਕ ਦੇ ਰੱਖਿਅਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨਕੇ ਭਾਗ ਵੱਡੇ हैं ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵਡਭਾਗੇ ਹਾਂ ਜਿਨ੍ਹਾਂ ਨੂੰ ਨਿਤਾ ਪ੍ਰਤੀ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ। ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਦਇਆ ਦਾਤਿਆਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਸ਼ਰਵਣ ਕਰਨ ਦਾ ਸੁਭਾਗ, ਸਾਧ ਸੰਗਤ ਵਿੱਚ ਸਜਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਆਪਾਂ ਰਲ ਮਿਲ ਕਰਕੇ ਸੁਣਿਆ ਵਿਚਾਰਿਆ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰਾਂ ਨੇ ਜੀਵਾਂ ਦੀ ਕਲਿਆਣ ਵਾਸਤੇ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਉਹ ਜਿੰਨੇ ਗੁਰਬਾਣੀ ਦੇ ਸ਼ਬਦ ਜੀਵਾਂ ਦੀ ਕਲਿਆਣ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਸਾਹਿਬ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਇਹਨਾਂ ਉਚਾਰੇ ਸਨ, ਉਹ ਸਾਰੀ ਬਾਣੀ ਨੂੰ ਸਾਡੀ ਕਲਿਆਣ ਕਰਨ ਵਾਸਤੇ ਸਾਡੇ ਤੇ ਭਾਰੀ ਪਰਉਪਕਾਰ ਕਰਦਿਆਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਇੱਕ ਗ੍ਰੰਥ ਦਾ ਰੂਪ ਦੇਣਾ ਕੀਤਾ। ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਪਾਵਨ ਗੁਰਬਾਣੀ ਇਕੱਤਰ ਕਰਕੇ ਸਾਡੇ ਤੇ ਮਿਹਰਾਮਤ ਕੀਤੀ। ਸਭ ਖਾਲਸਾ ਜੀ ਭਗਤ ਵੀ ਆਪਣੀ ਬਾਣੀ ਲੈ ਲੈ ਕੇ ਪਹੁੰਚੇ। ਉਥੇ ਕਾਨੇ ਪੀਲੂ ਵਰਗੇ ਹੰਕਾਰੀ ਵੀ ਪਹੁੰਚੇ ਸਨ, ਪਰ ਜਿਹੜਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਮੱਤ ਨਾਲ ਮੇਲ ਖਾਂਦਾ ਹੈ, ਕੇਵਲ ਉਹੀ ਬਾਣੀ ਮਹਾਰਾਜ ਜੀਆਂ ਨੇ ਇਸ ਪਾਵਨ ਮੁਕੱਦਸ ਗ੍ਰੰਥ ਅੰਦਰ ਲਿਖਣਾ ਕੀਤੀ। ਜਦੋਂ ਮਹਾਰਾਜ ਜੀਆਂ ਪ੍ਰਭਾਤੀ ਰਾਗ ਤੀਕਰ ਸਾਰੀ ਬਾਣੀ ਲਿਖ ਦਿੱਤੀ ਹੈ, ਭਾਈ ਗੁਰਦਾਸ ਜੀ ਨੂੰ ਲਾ ਕੇ ਲਿਖਾਰੀ ਲਿਖਵਾ ਦਿੱਤੀ। ਕਾਂਸੀ ਬਨਾਰਸ ਤੋਂ ਖਾਲਸਾ ਜੀ ਪੰਡਤ ਆਏ, ਕ੍ਰਿਸ਼ਨ ਲਾਲ, ਹਰੀ ਲਾਲ, ਇਹ ਮਹਾਰਾਜ ਦੇ ਦਰਸ਼ਨ ਕਰਕੇ ਬੜੇ ਖੁਸ਼ ਹੋਏ। ਮਹਾਰਾਜ ਦੇ ਚਰਨੀ ਮੱਥਾ ਟੇਕਿਆ। ਹਜ਼ੂਰ ਪੁੱਛਦੇ ਵੀ ਕਿਸ ਕਾਰਜ ਨੂੰ ਆਏ। ਦੱਸਿਆ ਮਹਾਰਾਜ ਵੀ ਅਸੀਂ ਬੜੇ ਵੇਦ ਸ਼ਾਸਤਰ ਪੜ੍ਹੇ ਹੋਏ ਹਾਂ, ਬੜੀ ਵਿੱਦਿਆ ਪੜ੍ਹੀ ਕਮਾਈ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ ਕਿਤੋਂ ਵੀ, ਸਗੋਂ ਹੰਕਾਰ ਵਧਿਆ। ਪਰ ਬੜਾ ਭਟਕੇ, ਪਰ ਮੈਂ ਜਿਹੜੀ ਸ਼ਾਂਤੀ ਦੀ ਤਲਾਸ਼ ਕਰਦੇ ਉਹ ਨਾ ਮਿਲੀ।
ਇੱਕ ਦਿਨ ਅਸੀਂ ਆਪਣੇ ਦਾਦਾ ਗੋਪਾਲ ਦੱਤ ਦਾ ਪੁਸਤਕਾਲਿਆ ਫਰੋਲਿਆ ਸੀ, ਜਿਹਦੇ ਵਿੱਚੋਂ ਮਹਾਰਾਜ ਇੱਕ ਸ਼ਬਦ, 4 ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਾਡੇ ਹੱਥੀਂ ਲੱਗੇ। ਉਹ ਪਤਾ ਲੱਗਿਆ ਵੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਸਾਡੇ ਦਾਦੇ ਗੋਪਾਲ ਦੱਤ ਨੂੰ ਬੜਾ ਸ਼ਾਂਤੀਮਈ ਉਪਦੇਸ਼ ਦਿੱਤਾ, ਹੰਕਾਰ ਦੀ ਨਿਵਰਤੀ ਕੀਤੀ, ਆਪਣੀ ਸਿੱਖੀ ਬਖਸ਼ਿਸ਼ ਕੀਤੀ। ਅਸੀਂ ਉੱਥੋਂ ਪੁੱਛਿਆ ਵੀ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਹੁਣ ਇਹ ਸਾਨੂੰ ਇਹਨਾਂ ਦੇ ਦਰਸ਼ਨ ਕਿੱਥੇ ਹੋਣਗੇ? ਤੇ ਬਨਾਰਸ ਦੇ ਵਿੱਚ ਕਿਸੇ ਦੱਸਿਆ ਵੀ ਉਹਨਾਂ ਦੀ ਥਾਵੇਂ ਆਪ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਥਾਂ ਹੋ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਭਾਗ ਲਾਏ ਹਨ। ਤੋ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ ਹਾਂ। ਦਾਤਾ ਜੀ ਕਿਰਪਾ ਕਰੋ ਮਹਾਰਾਜ, ਸਾਨੂੰ ਸ਼ਾਂਤੀ ਬਖਸ਼ੋ ਮਹਾਰਾਜ। ਜਿਵੇਂ ਤੁਹਾਡੇ ਪੁਰਖੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਚੌਜੀ ਪਾਤਸ਼ਾਹ ਜੀਆਂ ਸਾਡੇ ਦਾਦੇ ਗੋਪਾਲ ਦੱਤ ਨੂੰ ਨਦਰੋਂ ਨਦਰ ਨਿਹਾਲ ਕੀਤਾ, ਆਪ ਵੀ ਦਇਆ ਕਰੋ ਮਹਾਰਾਜ ਸਾਡੇ ਤੇ ਕਿਰਪਾ ਕਰਕੇ ਉਸੇ ਤਰ੍ਹਾਂ ਸਾਨੂੰ ਵੀ ਨਦਰੋਂ ਨਦਰ ਨਿਹਾਲ ਕਰੋ। ਤੋ ਸਾਧ ਸੰਗਤ ਜੀ, ਜਿਹੜੇ ਆਪ ਗੁਰਬਾਣੀ ਪੜ੍ਹਨ ਵਾਲੇ ਗੁਰਮੁਖ ਹੋ, ਜਿਹੜੇ ਕੋ ਸਹਿਜ ਪਾਠ ਕਰਦੇ ਜਾਂ ਇੱਧਰ ਧਿਆਨ ਦਿੰਦੇ ਹੈ, ਉਹਨਾਂ ਨੂੰ ਪਤਾ ਹੈ ਵੀ ਪ੍ਰਭਾਤੀ ਰਾਗ ਤੋਂ ਬਾਅਦ ਜੈਜਾਵੰਤੀ ਰਾਗ ਸ਼ੁਰੂ ਹੁੰਦਾ ਹੈ। ਕਰਤਾਰਪੁਰ ਸਾਹਿਬ ਵਾਲੀ ਜਿਹੜੀ ਬੀੜ ਹੈ, ਇਹਦੇ ਵਿੱਚ ਪ੍ਰਭਾਤੀ ਤੋਂ ਬਾਅਦ ਜੈਜਾਵੰਤੀ ਰਾਗ ਹੈ ਨਹੀਂ, ਕਿਉਂਕਿ ਜੈਜਾਵੰਤੀ ਰਾਗ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ। ਤੋ ਪ੍ਰਭਾਤੀ ਰਾਗ ਤੋਂ ਬਾਅਦ ਮਹਾਰਾਜ ਨੇ ਫਿਰ ਜਿਹੜੇ 4 ਸ਼ਲੋਕ ਇਹ ਕਾਂਸੀ ਤੋਂ ਲੈ ਕੇ ਆਏ ਸੀ, ਹਰੀ ਲਾਲ ਕ੍ਰਿਸ਼ਨ ਲਾਲ ਵਰਗੇ, ਇਹ ਗੁਰੂ ਨਾਨਕ ਪਾਤਸ਼ਾਹ ਦੇ 4 ਸ਼ਲੋਕ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕੀਤੇ। ਪੜ ਪੁਸਤਕ ਸੰਧਿਆ ਬਾਦਨ ਤੋਂ ਆਦ। ਇਸ ਤੋਂ ਬਾਅਦ ਮਹਾਰਾਜ ਨੇ 68 ਸ਼ਲੋਕ ਖਾਲਸਾ ਜੀ ਇਹਨਾਂ ਦੋ ਭਾਈਆਂ ਨੂੰ ਨਿਹਾਲ ਕੀਤਾ ਸਰਵਣ ਕਰਾ ਕੇ। ਤੇ ਗੁਰੂ ਨਾਨਕ ਪਾਤਸ਼ਾਹ ਦੇ ਸਹਿਸਕ੍ਰਿਤੀ ਸ਼ਲੋਕਾਂ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੀ ਸਹਿਸਕ੍ਰਿਤੀ ਆਰੰਭ ਹੁੰਦੀ ਹੈ। 68 ਸ਼ਲੋਕ ਨਾਲ ਇੱਕ ਮਹਾਰਾਜ ਜੀਆਂ ਸਹਿਸਕ੍ਰਿਤੀ ਅੰਦਰ ਗਾਥਾ, ਇਹ ਪਾਵਨ ਗੁਰਬਾਣੀ ਉਚਾਰੀ, ਇਹਨਾਂ ਨੂੰ ਨਦਰੋਂ ਨਦਰ ਨਿਹਾਲ ਕੀਤਾ। ਤੋ ਇਸ ਤਰ੍ਹਾਂ ਗਰੀਬ ਨਵਾਜ ਸਭ ਦੇ ਝੋਲੀਆਂ ਭਰ ਰਹੇ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਅੱਗੇ ਜਿਹੜੇ ਖਾਲਸਾ ਜੀ ਕੋ ਇਹ 4 ਵੇਦ ਹੈ, ਸਾਮ ਅਥਰਵਣ ਅਜੁਰ ਰਿਗ, ਇਹਨਾਂ ਨੂੰ ਹੰਕਾਰ ਹੋ ਗਿਆ ਸੀ ਵੀ ਜੇ ਅਸੀਂ ਸੰਸਾਰ ਤੇ ਨਾ ਹੁੰਦੇ ਤੇ ਅਗਿਆਨ ਹੀ ਅਗਿਆਨ ਹੋਣਾ ਸੀ, ਵੀ ਕਿੰਨੇ ਗਿਆਨ ਦੀਆਂ ਗੱਲਾਂ ਕਰਨੀਆਂ ਸੀ। ਪਰਮੇਸ਼ਰ ਨੂੰ ਜਦੋਂ ਪਤਾ ਲੱਗਿਆ, ਫਿਰ ਵੇਦਾਂ ਦਾ ਹੰਕਾਰ ਦੂਰ ਪਰਮੇਸ਼ਰ ਨੇ ਕਰਨ ਵਾਸਤੇ ਆਖਿਆ ਸੀ ਵੀ ਜੇ ਤੁਹਾਨੂੰ ਸ਼ਾਇਦ ਇਹ ਭੁਲੇਖਾ ਹੈ ਵੀ ਤੁਹਾਡੇ ਕਰਕੇ ਗਿਆਨ ਹੈ ਸੰਸਾਰ ਤੇ, ਇੱਕ ਵਾਰੀ ਮਨੁੱਖਾ ਜਨਮ ਧਾਰ ਕੇ ਵੇਖੋ, ਤੁਹਾਨੂੰ ਪਤਾ ਲੱਗੇਗਾ ਵੀ ਗਿਆਨ ਕਿੰਨਾ ਕੁ ਸੰਸਾਰ ਤੇ। ਜਦੋਂ ਫਿਰ ਇਹਨਾਂ ਮਨੁੱਖਾ ਜਾਮੇ ਧਾਰੇ, ਫਿਰ ਬੜਿਆਂ ਕੋਲ ਗਏ, ਵਿਦਵਾਨਾਂ ਕੋਲ, ਵੇਦ ਸ਼ਾਸਤਰੀ ਪੜ੍ਹਿਆਂ ਕੋਲ, ਪਰ ਉਹ ਵੇਦ ਸ਼ਾਸਤਰੀ ਪੜ੍ਹਿਆਂ ਦੇ ਕੋਲ ਵੀ ਸ਼ਾਂਤੀ ਨਾ ਮਿਲੀ, ਉਲਟਾ ਹੰਕਾਰੇ ਫਿਰਦੇ ਸੀ ਸਾਰੇ। ਫਿਰ ਇਹਨਾਂ ਦਾ ਭਰਮ ਦੂਰ ਹੋਇਆ ਵੀ ਇਹ ਤਾਂ ਅਸੀਂ ਸੋਚਦੇ ਸੀ ਵੀ ਖਰੇ ਸਾਡੇ ਕਰਕੇ ਗਿਆਨ ਸੰਸਾਰ ਤੇ, ਪਰ ਸਾਡੇ ਹੁੰਦਿਆਂ ਹੋਇਆਂ ਸਾਨੂੰ ਪੜ੍ਹਨ ਵਾਲੇ ਵੀ ਅਗਿਆਨੀ ਫਿਰਦੇ ਇੱਥੇ, ਤਾਂ ਵੱਡੇ ਵੱਡੇ ਸ਼ਾਸਤਰੀ ਵੇਦਾਂਤੀ ਹੰਕਾਰ ਦੇ ਮਾਰੇ ਫਿਰਦੇ ਹੈ। ਫਿਰ ਪਰਮੇਸ਼ਰ ਨੇ ਇਸ ਤਰ੍ਹਾਂ ਆਖਿਆ ਸੀ ਇੱਕ ਕਹਿਣ ਵਜੋਂ ਵੀ ਗਿਆਨ ਤਾਂ ਸਤਿਗੁਰਾਂ ਪਾਸ ਹੈ। ਫਿਰ ਜਿਵੇਂ ਲੱਭਦੇ ਲਭਾਉਂਦੇ ਪੂਰੇ ਸਤਿਗੁਰਾਂ ਨੂੰ ਅੰਮ੍ਰਿਤਸਰ ਸਾਹਿਬ ਵੇਦ ਆਏ ਸੀ ਭੱਟਾਂ ਦਾ ਰੂਪ ਧਾਰ ਕੇ, ਉਹ ਅੱਜ ਪ੍ਰਸੰਗ ਆਰੰਭ ਹੋਵੇਗਾ। ਚਿੱਤ ਬਿਰਤੀ ਇਕਾਗਰ ਕਰੀਏ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਓ, ਰਸਨਾ ਕਰੋ ਪਵਿੱਤਰ, ਆਖੋ ਜੀ ਸਤਿਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਗਤ ਬਿਰਾਜਤ ਨਿਕਟ ਗੁਰ। ਤੋ ਇਸ ਤਰ੍ਹਾਂ ਮਹਾਰਾਜ ਜੀ ਪਾਵਨ ਗੁਰਬਾਣੀ ਲਿਖਾਉਂਦੇ, ਉਹ ਸਹਿਸਕ੍ਰਿਤੀ ਵੀ ਲਿਖਵਾ ਦਿੱਤੀ, ਗਾਥਾ ਵੀ ਲਿਖਵਾ ਦਿੱਤੀ। ਉਸ ਤੋਂ ਬਾਅਦ ਖਾਲਸਾ ਜੀ ਮਹਾਰਾਜ ਨੇ ਫੁਨਹੇ ਚੌਬੋਲੇ ਪਾਵਨ ਗੁਰਬਾਣੀਆਂ ਬਾਣੀਆਂ ਲਿਖਵਾਈਆਂ। ਫਿਰ ਭਗਤਾਂ ਦੀ ਬਾਣੀ ਆਰੰਭ ਹੋ ਜਾਂਦੀ ਹੈ, ਕਬੀਰ ਜੀ ਦੇ ਸ਼ਲੋਕ ਆਰੰਭ ਹੋ ਜਾਂਦੇ ਹੈ, ਬਾਬਾ ਫਰੀਦ ਸਾਹਿਬ ਜੀਆਂ ਦੇ ਸ਼ਲੋਕ ਆਰੰਭ ਹੁੰਦੇ ਹੈ। ਇਸ ਤਰ੍ਹਾਂ ਭਗਤ ਵੀ ਬਾਣੀ ਲਿਖਾਈ ਜਾਂਦੇ ਮਹਾਰਾਜ ਨੂੰ ਆਪੋ ਆਪਣੀ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਗੁਰਦਾਸ ਜੀਆਂ ਨੂੰ ਲਿਖਾਰੀ ਲਾਇਆ ਹੋਇਆ। ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਿਆ ਜਾ ਰਿਹਾ ਹੈ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਮਹਾਰਾਜ ਦੇ ਪਾਸ ਹੋਰ ਕੋਈ ਨਹੀਂ ਹੈ, ਪਹਿਰੇਦਾਰ ਸਿੱਖ ਦੂਰ ਹੈ, ਜਾਂ ਭਾਈ ਗੁਰਦਾਸ ਜੀ ਜਾਂ ਜਿਹੜੇ ਉਹ 15 ਭਗਤ ਮਹਾਰਾਜ ਕੋਲ ਸੋਭਾ ਪਾਉਂਦੇ ਹੈ। ਗੁਰ ਦਰਸ਼ਨ ਤੇ ਸੁਖ ਪਾਏ। ਤੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਕਰਕੇ ਸੁਖ ਮਾਣਦੇ ਹਨ। ਮਨਹ ਸ਼ਾਂਤ ਚਿਤ ਸਿਵ ਥਿਰਿਓ। ਸਤਿਗੁਰੂ ਅਰਜਨ ਦੇਵ ਜੀ ਸੋਭਾ ਪਾਉਂਦੇ ਸਿੰਘਾਸਣ ਤੇ ਸਜੇ। ਕਵੀ ਜੀ ਕਹਿੰਦੇ ਜਿਵੇਂ ਸ਼ਾਂਤ ਸਰੂਪ ਹੋਵੇ ਜਾਂ ਸ਼ਾਂਤ ਚਿੱਤ ਵਾਲਾ ਕਲਿਆਣ ਨਾਮ, ਸ਼ਿਵ ਦਾ ਅਰਥ ਕਲਿਆਣ ਵੀ ਹੈ। ਉਹ ਕਲਿਆਣ ਅਗਿੜ ਸਰੂਪ ਪਰਮੇਸ਼ਰ ਅਚੁੱਤ ਅਕਾਲ ਪੁਰਖ ਐਨ ਸ਼ਾਂਤੀ ਸਰੂਪ ਧਾਰ ਕੇ ਬੈਠਾ ਹੈ। ਬੀਚ ਮੁਨਿਨ ਸਮੁਦਾਇ। ਜਿਵੇਂ ਪਰਮੇਸ਼ਰ ਸ਼ਾਂਤੀ ਸਰੂਪ ਕਲਿਆਣ ਸਰੂਪ ਪਰਮੇਸ਼ਰ ਸ਼ਾਂਤ ਚਿੱਤ ਹੋ ਕੇ ਰਿਸ਼ੀਆਂ ਮੁਨੀਆਂ ਦੇ ਵਿੱਚ ਬਹਿੰਦਾ ਹੈ। ਸਰਗੁਣ ਸਰੂਪ ਉਸ ਅਕਾਲ ਪੁਰਖ ਦਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਇਹਨਾਂ ਭਗਤਾਂ ਦੇ ਵਿਚਕਾਰ ਬੈਠੇ ਸੋਭਾ ਪਾਉਂਦੇ ਹਨ। ਸਵਈਆ ਛੰਦ ਮਨਹ ਗਿਆਨ ਨਿਜ ਤਨ ਤਾਰ ਬੈਠਿਓ। ਕਵੀ ਜੀ ਕਹਿੰਦੇ ਉਹ ਮਨ ਨੂੰ ਵੀ ਜਿਵੇਂ ਗਿਆਨ ਆਪਦਾ ਇੱਕ ਸਰੂਪ ਧਾਰ ਕੇ ਸਤਿਗੁਰਾਂ ਦਾ ਤੇ ਬੈਠਾ ਹੋਵੇ। ਸਦਗੁਣ ਨਿਕਟ ਭਗਤ ਏਸ ਪਾਏ। ਤੇ ਗਿਆਨ ਦੇ ਲਾਗੇ ਜਿੱਥੇ ਗਿਆਨ ਹੁੰਦਾ ਖਾਲਸਾ ਜੀ ਉੱਥੇ ਸਦਗੁਣ ਹੁੰਦੇ ਹੀ ਹੁੰਦੇ ਆ। ਜਿੱਥੇ ਗਿਆਨ ਉੱਥੇ ਹੀ ਸੱਤ ਹੈ, ਸੰਤੋਖ ਹੈ, ਖਿਮਾ ਹੈ, ਧਰਮ ਹੈ। ਉੱਥੇ ਹੀ ਖਾਲਸਾ ਜੀ ਜਿਹੜਾ ਹੈ ਉਹ ਵਿਦਿਆ ਕਹਿ ਲਓ, ਉੱਥੇ ਹੀ ਸੀਲ ਹੈ, ਸ੍ਰੇਸ਼ਟ ਸਾਰੇ ਜਿਹੜੇ ਗੁਣ ਹੈ ਉਹ ਗਿਆਨ ਦੇ ਲਾਗੇ ਹੁੰਦੇ ਆ। ਗੁਰੂ ਅਰਜਨ ਦੇਵ ਪਾਤਸ਼ਾਹ ਗਿਆਨ ਸਰੂਪ ਹਨ ਤੇ ਭਗਤ ਮਾਨੋ ਸਦਗੁਣ ਹਨ, ਸਾਰੇ ਦੈਵੀ ਸੰਪਦਾ ਵਾਂਗੂ। ਸ਼੍ਰੀ ਅਰਜਨ ਦਰਸ਼ਨ ਜਨ ਅੰਮ੍ਰਿਤ। ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਦਰਸ਼ਨ ਜਿਹੜੇ ਉਹ ਮਾਨੋ ਵੀ ਜਿਵੇਂ ਅੰਮ੍ਰਿਤ ਮਿਲ ਰਿਹਾ ਹੁੰਦਾ ਹੈ। ਪੁੱਟਣ ਬੇਲੋਚਨ ਪੀਵਤ ਜਾਏ। ਤੇ ਇਹ ਨੇਤਰਾਂ ਰੂਪੀ ਭਾਂਡਿਆਂ ਦੇ ਨਾਲ ਭਗਤ ਸਤਿਗੁਰਾਂ ਦੇ ਦਰਸ਼ਨਾਂ ਰੂਪ ਅੰਮ੍ਰਿਤ ਨੂੰ ਪੀ ਰਹੇ ਹਨ। ਨਹਿ ਤ੍ਰਿਪਤ ਹਿਤ ਕਰ ਟਿਗ ਬੈਠਾ ਹੈ। ਤੇ ਰੱਜ ਨਹੀਂ ਆਉਂਦਾ ਮਹਾਰਾਜ ਦੇ ਦਰਸ਼ਨ ਕਰ ਕਰਕੇ ਭਗਤਾਂ ਨੂੰ ਲਾਗੇ ਬੈਠੇ ਰਹਿੰਦੇ ਐ। ਸਾਰਾ ਦਿਨ ਦਰਸ਼ਨ ਕਰ ਕਰਕੇ ਰੱਜਦੇ ਨਹੀਂ ਐ। ਸੁਨ ਹੈ ਬਚਨ ਤਿਉ ਤਿਉ ਹਰ ਖਾਏ। ਜਿਵੇਂ ਜਿਵੇਂ ਮਹਾਰਾਜ ਦੇ ਮੁਖੋਂ ਉਪਦੇਸ਼ ਗਿਆਨ ਦੇ ਬਚਨ ਸੁਣਦੇ ਐ 15 ਭਗਤ ਉਵੇਂ ਉਵੇਂ ਬੜਾ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਹਨ। ਮਹਾ ਸੁਸ਼ੀਲ ਪ੍ਰੇਮ ਭਰਪੂਰਨ। ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਨ ਸੁਸ਼ੀਲ ਸੁਭਾਅ ਦੇ ਤੇ ਇਸ ਤਰ੍ਹਾਂ ਪਰਿਪੂਰਨ ਹਨ। ਗੁਰੂ ਗਰੀਬ ਨਵਾਜ ਪ੍ਰੇਮ ਦੇ ਵਿੱਚ ਬੜੇ ਜਿਵੇਂ ਕਹਿ ਲਓ ਪ੍ਰੇਮ ਪਰਿਪੂਰਨ ਲਬਾਲਬ ਮਹਾਰਾਜ ਵਿੱਚ ਭਰਿਆ ਹੈ। ਪ੍ਰਭ ਸਿਮਰਨ ਉਪਦੇਸ਼ ਬਤਾਏ। ਅਕਾਲ ਪੁਰਖ ਨੂੰ ਕਿਵੇਂ ਸਿਮਰਨਾ ਹੈ, ਜਪੀਐ ਸਾਸ ਗਿਰਾਸ ਨਾਮ ਪਰਵਦਗਾਰ ਦਾ। ਇਹੋ ਜਿਹੇ ਸ਼੍ਰੇਸ਼ਟ ਉਪਦੇਸ਼ ਮਹਾਰਾਜ ਜੀ ਇਹਨਾਂ ਭਗਤਾਂ ਨੂੰ ਤੇ ਗੁਰਬਾਣੀ ਵਿੱਚ ਭਾਈ ਗੁਰਦਾਸ ਜੀ ਨੂੰ ਬਾਣੀ ਦੁਆਰਾ ਲਿਖਵਾ ਰਹੇ ਹੈ। ਲਖਿਓ ਸਮਾਤਬ ਬੇਦਾ ਭਗਤ ਹੋਏ। ਤੇ ਇਹ ਜਾਣ ਕੇ ਸਮਾਂ ਭਗਤ ਮਹਾਰਾਜ ਤੋਂ ਖੁਸ਼ੀਆਂ ਲੈ ਕੇ ਛੁੱਟੀਆਂ ਲੈ ਕੇ ਵਿਦਾ ਹੋ ਗਏ ਹਨ। ਆਪਣੇ ਆਪਣੇ ਥਾਨ ਪਿਆਨ। ਆਪੋ ਆਪਣੇ ਥਾਵਾਂ ਸੱਚਖੰਡ ਨੂੰ ਪਿਆਨਾ ਕਰ ਗਏ ਹਨ। ਪੁਨ ਆਏ ਸਭ ਬਿਦ ਦੇਹ ਤਾਰ। ਫਿਰ ਖਾਲਸਾ ਜੀ ਜਿਹੜੇ 4 ਵੇਦ ਹੈ ਨਾ
ਇਹ ਚਾਰੇ ਵੇਦ ਦੇਹਾਂ ਧਾਰ ਧਾਰ ਕੇ ਮਨੁੱਖਾ ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਆਏ ਆ। ਸ਼੍ਰੀ ਅਰਜਨ ਕੋ ਬੰਧਨ ਠਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹ ਨਮਸਕਾਰਾਂ ਕੀਤੀਆਂ। ਇਹ 17 ਭੱਟ ਜਿਹੜੇ ਆ ਨਾ, ਭੱਟਾਂ ਦੇ ਸਵਈਏ ਗੁਰਬਾਣੀ ਅੰਦਰ, ਇਹ ਉਹਦਾ ਖਾਲਸਾ ਜੀ ਅੱਜ ਜ਼ਿਕਰ ਆ ਰਹੇ ਆ ਵੀ ਉਹ ਭੱਟ ਕੌਣ ਸਨ ਜਿਨ੍ਹਾਂ ਦੀ ਗੁਰਬਾਣੀ, ਜਿਨ੍ਹਾਂ ਦੀ ਬਾਣੀ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅੰਦਰ ਦਰਜ ਹੈ। ਉਹ ਕੌਣ ਸਨ ਭੱਟ? ਕਵੀ ਜੀ ਕਹਿੰਦੇ ਉਹ ਭੱਟ ਵੇਦ ਸਨ ਚਾਰ, ਤੇ ਚਾਰੇ ਵੇਦ ਮਨੁੱਖਾ ਦੇਹੀਆਂ ਧਾਰ ਕੇ ਭੱਟ ਬਣ ਕੇ, ਭੱਟ ਕਹਿੰਦੇ ਆ ਜਿਹੜਾ ਸੋਭਾ ਗਾਉਂਦਾ, ਉਹ ਮਨੁੱਖਾ ਦੇਹੀ ਧਾਰ ਕੇ ਭੱਟਾਂ ਦੇ ਰੂਪ ਵਿੱਚ ਮਹਾਰਾਜ ਨੂੰ ਆਣ ਆਣ ਕੇ ਨਮਸਕਾਰਾਂ ਕਰਦੇ ਹਨ। ਚਾਹਤ ਪੇ ਗੁਰ ਕਰਿਓ ਸੋ ਚਿਤ ਮੈਂ। ਤੇ ਇਹ ਕੀ ਚਾਹੁੰਦੇ ਹੈ? ਚਾਹੁੰਦੇ ਇਹ ਹੈ ਚਿੱਤ ਵਿੱਚ ਵੀ ਅਸੀਂ ਗੁਰੂ ਧਾਰਨ ਕਰਨਾ ਹੈ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਅਨੇਕ ਭਾਂਤ ਕੀ ਉਸਤਤ ਠਾਨ। ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਇਹ ਵੇਦ ਅਨੇਕਾਂ ਤਰ੍ਹਾਂ ਦੀ ਉਸਤਤੀ ਸੋਭਾ ਮਹਾਰਾਜ ਦੀ ਕਰ ਰਹੇ ਹੈ। ਜਿਸ ਕਾਰਨ ਅਵਤਰੇ ਜਗ ਮਹਿ। ਜਿਸ ਕਾਰਜ ਵਾਸਤੇ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਮਹਾਰਾਜ ਜੀਓ ਇਹ ਸੰਸਾਰ ਤੇ ਅਵਤਾਰ ਧਾਰਿਆ, ਜਾਂ ਜਿਹੜੇ ਵੇਦ ਹੈ ਜਿਹੜਾ ਮਨੋਰਥ ਮਨ ਵਿੱਚ ਲੈ ਕੇ ਸੰਸਾਰ ਤੇ ਮਨੁੱਖਾ ਦੇ ਹੀ ਧਾਰ ਕੇ ਆਏ ਹੈ। ਤਿਸ ਕੀ ਔਰ ਅਭਿਲਾਖ ਮਹਾਨ। ਉਹ ਇਹ ਇਹਨਾਂ ਦੇ ਮਨ ਵਿੱਚ ਵੀ ਸਾਨੂੰ ਗੁਰੂ ਮਿਲੇ ਤੇ ਸ਼ਾਂਤੀ ਮਿਲੇ। ਵੇਦ ਵੀ ਸ਼ਾਂਤੀ ਮੰਗਦੇ ਹੈ, ਤੋ ਇਸੇ ਤਰ੍ਹਾਂ ਖਾਲਸਾ ਜੀ ਇਹ ਵੇਦ ਵੀ ਸ਼ਾਂਤੀ ਦੀ ਇੱਛਾ ਰੱਖ ਕੇ ਮਹਾਰਾਜ ਨੂੰ ਗੁਰੂ ਧਾਰਨ ਵਾਸਤੇ ਆਏ ਹੈ। ਉਹ ਬੜੀ ਕਾਂਖਾ ਇੱਛਾ ਇਹਨਾਂ ਦੇ ਹਿਰਦੇ ਵਿੱਚ ਮਹਾਨ ਭਾਰੀ ਹੈ। ਦੋਹਰਾ ਸੁਨ ਸਰੋਤਨ ਸੁਖ ਪਾਏ ਕਰ। ਇਹ ਕਵੀ ਸੰਤੋਖ ਸਿੰਘ ਜੀ ਅਥਵਾ ਧੰਨ ਧੰਨ ਬਾਬਾ ਰਾਮ ਕੋਇਰ ਜੀ ਮਹਾਂਪੁਰਖੇ ਕਥਾ ਖਾਲਸਾ ਜੀ ਸੁਣਾ ਰਹੇ ਹੈ ਰਮਦਾਸ ਕੇ ਨਗਰ ਵਿੱਚ। ਜਿਵੇਂ ਤੁਸੀਂ ਪਿੱਛੇ ਇਤਿਹਾਸ ਸੁਣਿਆ, ਤੋ ਬਾਬਾ ਰਾਮ ਕੋਇਰ ਜੀਆਂ ਜਦੋਂ ਟੂਕ ਮਾਤਰ ਦੱਸਿਆ ਨਾ ਵੀ ਸਵਈਏ ਲਿਖਾਉਣ ਵਾਲੇ ਭੱਟ ਕੌਣ ਸੀ, ਸੰਗਤ ਜੀ ਉਹ ਵੇਦ ਸਨ। ਤੇ ਜਿਹੜੀ ਸੰਗਤ ਉਹਨਾਂ ਤੋਂ ਕਥਾ ਸੁਣ ਰਹੀ ਸੀ ਰਮਦਾਸ ਕੇ, ਉਹਨਾਂ ਸੁਣ ਕੇ ਬੜਾ ਸੁਖ ਪ੍ਰਾਪਤ ਕੀਤਾ ਹੈ। ਬੂਝੀ ਕਥਾ ਵਿਚਾਰ। ਤੇ ਪੁੱਛਣ ਲੱਗ ਪਏ ਹੈ ਉਹ ਜਿਹੜੇ ਹੈ ਆਏ ਹੋਏ ਸੰਗਤਾਂ ਬਾਬਾ ਰਾਮ ਕੋਇਰ ਜੀ ਤੋਂ, ਵੇਦਾਂ ਦਾ ਰੂਪ ਧਾਰ ਕੇ ਆਏ ਭੱਟਾਂ ਦੀ ਬਾਬਤ ਪੁੱਛ ਰਹੇ ਹਨ। ਵੇਦ ਧਰਿਓ ਨਰ ਦੇਹ ਕੋ। ਕਹਿੰਦੇ ਹੇ ਬਾਬਾ ਰਾਮ ਕੋਇਰ ਜੀ ਸਾਨੂੰ ਦੱਸੋ ਵੀ ਵੇਦਾਂ ਨੇ ਚਾਰਾਂ ਨੇ ਕਿਵੇਂ ਮਨੁੱਖਾ ਦੇਹੀ ਧਾਰਨ ਕੀਤੀ ਸੀ। ਇਹ ਕਹੀਐ ਵਿਸਤਾਰ। ਇਹ ਸਾਰੀ ਭੱਟਾਂ ਦੀ ਕਹਾਣੀ ਕਥਾ ਸਾਨੂੰ ਵਿਸਥਾਰ ਸਹਿਤ ਸੁਣਾਉਣੀ ਕਰੋ ਜੀ। ਸਵਈਆ ਛੰਦ ਸੁਨਹ ਸਿੱਖ ਸਤਿਗੁਰ ਕੀ ਮਹਿਮਾ। ਤੋ ਭਾਈ ਰਾਮ ਕੋਇਰ ਜੀ ਕਹਿੰਦੇ ਹੈ ਪਿਆਰੇ ਖਾਲਸਾ ਸਿੱਖੋ, ਸੁਣੋ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਿਮਾ ਜੋ। ਜਿਸ ਤੇ ਮਨ ਬਾਚਤ ਫਲ ਪਾਏ। ਜਿਸ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੋਂ ਮਨ ਇੱਛਤ ਫਲਾਂ ਦੀ ਪ੍ਰਾਪਤੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸਾਭ ਵੇਦਨ ਅਵਤਾਰ ਧਰਿਓ। ਤੇ ਸਾਰੇ ਵੇਦਾਂ ਨੇ ਜਿਸ ਤਰ੍ਹਾਂ ਇਸ ਧਰਤੀ ਤੇ ਮਨੁੱਖਾ ਭੱਟਾਂ ਦਾ ਅਵਤਾਰ ਧਾਰਿਆ ਹੈ ਸੀ, ਸੋ ਪ੍ਰਸੰਗ ਸਭ ਦੇਓ ਸੁਨਾਏ। ਉਹ ਸਾਰਾ ਪ੍ਰਸੰਗ ਜਿਹੜਾ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ, ਸੁਣਨਾ ਕਰੋ। ਕਾਂਛੀ ਬਾਸ ਸਰਤ ਸਭ ਠਾਨਤ ਸਭ। ਦੁਬਾਰਾ ਪੜ੍ਹ। ਕਾਂਸੀ ਬਾਸ ਸਰਤ ਸਭ ਠਾਨਤ। ਇੱਥੇ ਵਿਸ਼ਰਾਮ ਆ। ਕਾਂਸੀ ਦੇ ਵਿੱਚ ਰਹਿਣ ਵਾਲੇ ਜਿਹੜੇ ਆ ਨਾ, ਉਹ ਸਾਰੇ ਇਹ ਗੱਲ ਜਿਹੜਾ ਵੈ ਜਾਣਦੇ ਸਨ। ਸਭ ਵਿਦਿਆ ਕੋ ਜਹੈ ਸਮੁਦਾਇ। ਜਾਂ ਕਾਂਸੀ ਵਿੱਚ ਵਸਣ ਵਾਲੇ ਬੜੇ ਸੁਰਤੀਆਂ ਨੂੰ ਪੜ੍ਹਨ ਵਾਲੇ ਸੁਰਤੀਆਂ ਦੇ ਗਿਆਤਾ ਹੈ ਸਨ ਜਿਹੜੇ, ਕਿਉਂਕਿ ਵਿਦਾਂਤੀ ਕਾਂਸੀ ਜਿਹੜੀ ਖਾਲਸਾ ਜੀ ਵਿਦਵਾਨਾਂ ਦੀ ਪੁਰੀ ਮੰਨੀ ਜਾਂਦੀ ਹੈ। ਬੜੇ ਵਿਦਵਾਨ ਲੋਕ ਕਾਂਸੀ ਵਿੱਚ ਰਹਿੰਦੇ ਹੈ। ਤੋ ਇਹ ਬਾਬਾ ਰਾਮ ਕੋਇਰ ਜੀ ਕਹਿੰਦੇ ਸਾਰੇ ਤਰ੍ਹਾਂ ਦੀ ਵਿਦਿਆ ਉੱਥੇ ਪੜ੍ਹੀ ਸੁਣੀ ਸੁਣਾਈ ਜਾਂਦੀ ਹੈ। ਤੇ ਬੜੇ ਤਰ੍ਹਾਂ ਦੀ ਵਿਦਿਆ 14 ਪ੍ਰਕਾਰ ਦੀ ਵਿਦਿਆ ਨਿਪੁੰਨ ਹੈ
ਉਸ ਕਾਂਸੀ ਦੇ ਵਿੱਚ ਭਰੀ ਹੋਈ ਕਾਂਸੀ ਵਿਦਿਆ ਦੇ ਨਾਲ ਨਿਰਨੇ ਹੋਤ ਬ੍ਰਹਮ ਕੋ ਨਿਤ ਪ੍ਰਾਤ। ਜਿਸ ਕਾਂਸੀ ਦੇ ਵਿੱਚ ਵਿਦਾਂਤੀ ਲੋਕ ਵਿਚਾਰਾਂ ਕਰਦੇ ਹੈ ਤੇ ਬ੍ਰਹਮ ਦੇ ਨਿਰਣੇ ਹੁੰਦੇ ਹਨ ਨਿਤਾ ਪ੍ਰਤੀ ਵੀ ਬ੍ਰਹਮ ਐਸਾ ਹੈ, ਬ੍ਰਹਮ ਐਸਾ ਹੈ। ਪੜ੍ਹੈ ਵਿਚਾਰੈ ਬਧ ਬਿਰਧਾਏ। ਤੇ ਬੜਾ ਪੜ੍ਹਦੇ ਆ, ਵਿਚਾਰਦੇ ਆ, ਨਹੀਂ ਬੁੱਧ ਬਦ ਨਹੀਂ, ਇਹਦਾ ਔਂਕੜ ਲਾ ਇੱਥੇ। ਤੋ ਨਿਤਾ ਪ੍ਰਤੀ ਪੜ੍ਹਦੇ ਆ, ਨਿਰਣਾ ਹੁੰਦਾ ਬ੍ਰਹਮ ਦਾ। ਜਿਸ ਵੇਦਾਂ ਨੂੰ, ਸੁਰਤੀਆਂ ਨੂੰ ਪੜ੍ਹਨ ਪੜ੍ਹਾਉਣ ਦੇ ਨਾਲ ਕਹਿੰਦੇ ਬੜੀ ਬੁੱਧ ਵੱਧ ਜਾਂਦੀ ਹੈ। ਬਾਸ ਕਰਤ ਇੱਕ ਸਮੈ ਵੇਦ ਤਹਿ। ਤੋ ਕਵੀ ਜੀ ਕਹਿੰਦੇ ਵਾਸ ਕਰਦੇ ਇੱਕੋ ਸਮੇਂ ਵੇਦ ਤਹਿ। ਜਿਹੜੇ ਵੇਦ ਸੀਗੇ ਨਾ, ਉਹ ਜਿਸ ਤਰ੍ਹਾਂ ਕਹੋ ਵੀ ਮਨੁੱਖਾ ਦੇਹੀ ਧਾਰ ਕੇ ਇਸ ਕਾਂਸੀ ਵਿੱਚ ਉਹਨਾਂ ਨੇ ਕਿਵੇਂ ਵਾਸਾ ਕੀਤਾ ਹੈ। ਅਤੀ ਸਹਿ ਦੇ ਕੀਨ ਹੰਕਾਰ। ਇਹਨਾਂ ਨੇ ਹਿਰਦੇ ਵਿੱਚ ਹੰਕਾਰ ਕਰ ਲਿਆ। ਕਹਿੰਦੇ ਜਿਹੜੇ ਵੇਦ ਆ ਨਾ ਚਾਰ, ਜਾਂ ਵੇਦਾਂ ਦੇ ਕਈ ਲਿਖਣ ਵਾਲਿਆਂ ਨੂੰ ਵੀ ਕਹਿ ਦਿੰਦੇ ਆ, ਤੋ ਜਿਹੜੇ ਵੇਦ ਆ ਚਾਰ, ਇਹਨਾਂ ਨੇ ਇੱਕ ਸਮੇਂ ਕਾਂਸੀ ਵਿੱਚ ਰਹਿੰਦਿਆਂ ਆਪਦੇ ਆਪ ਵਿੱਚ ਬੜਾ ਹੰਕਾਰ ਕਰ ਲਿਆ ਹੈ ਸੀ। ਨਿਰਨਹਮ ਤੇ ਹੋਤ ਬ੍ਰਹਮ ਕੋ। ਤੇ ਜਿਹੜਾ ਬ੍ਰਹਮ ਹੈ ਨਾ, ਉਹ ਬ੍ਰਹਮ ਦਾ ਨਿਰਣਾ ਸਾਡੇ ਤੋਂ ਹੁੰਦਾ ਹੈ। ਇਹ ਵੇਦਾਂ ਨੇ ਹੰਕਾਰ ਕੀਤਾ ਵੀ ਬ੍ਰਹਮ ਸੰਸਾਰ ਵਿੱਚ ਜੇ ਕੋਈ ਬ੍ਰਹਮ ਨੂੰ ਜਾਣਦਾ ਹੈ ਨਾ, ਪਰਮੇਸ਼ਰ ਨੂੰ, ਉਹ ਸਾਡੇ ਕਰਕੇ ਜਾਣਦਾ ਹੈ। ਸਾਨੂੰ ਪੜ੍ਹਨ ਕਰਕੇ ਜੀਵਾਂ ਨੂੰ ਪਰਮੇਸ਼ਰ ਦਾ ਪਤਾ ਲੱਗਦਾ ਹੈ। ਕਰਹਿ ਵਿਚਾਰਣ ਸਾਰ ਅਸਾਰ। ਤੇ ਸਾਨੂੰ ਪੜ੍ਹ ਕੇ ਹੀ ਜਿਹੜੇ ਸੰਸਾਰ ਦੇ ਅਗਿਆਨੀ ਲੋਕ, ਉਹ ਸਾਰ ਸੱਚ ਦੀ ਤੇ ਅਸਾਰ ਝੂਠ ਦੀ ਪਛਾਣ ਕਰਦੇ ਹੈ। ਨਹੀਂ ਤਾਂ ਸਾਰਾ ਸੰਸਾਰ ਅਗਿਆਨੀ ਹੁੰਦਾ। ਨਾ ਤੋਰ ਅੰਧਕਾਰ ਬੇਸਤਰ ਹੈ। ਜੇ ਅਸੀਂ ਵੇਦ ਕਹਿੰਦੇ ਸੰਸਾਰ ਤੇ ਨਾ ਹੁੰਦੇ ਤੇ ਸਾਰੇ ਸੰਸਾਰ ਵਿੱਚ ਅਗਿਆਨ ਦਾ ਹਨੇਰਾ ਫੈਲਿਆ ਹੋਣਾ ਸੀ। ਹਮ ਤੇ ਜਗਤ ਪ੍ਰਕਾਸ਼ ਉਦਾਰ। ਤੇ ਸਾਡੇ ਪੜ੍ਹਨ ਕਰਕੇ ਲੋਕ ਗਿਆਨੀ ਬਣਦੇ ਆ, ਗਿਆਨਵਾਨ ਬਣਦੇ ਆ। ਸਾਡੇ ਕਰਕੇ ਹੀ ਸੰਸਾਰ ਤੇ ਥੋੜਾ ਬਹੁਤਾ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਅਗਿਆਨੀ ਮਨ ਲਹੈ ਗਿਆਨ ਕੋ। ਅਗਿਆਨੀ ਲੋਕ ਵੀ ਵੇਦ ਕਹਿੰਦੇ ਸਾਨੂੰ ਪੜ੍ਹ ਕੇ ਤੇ ਮਨ ਦੇ ਵਿੱਚ ਗਿਆਨ ਪ੍ਰਾਪਤ ਕਰ ਲੈਂਦੇ। ਅਗਿਆਨੀ ਵੀ ਗਿਆਨੀ ਬਣ ਜਾਂਦੇ ਹਨ। ਪਾਏ ਮੁਕਤ ਕੋ ਬੰਧਨ ਟਾਰ। ਤੇ ਬੰਧਨਾਂ ਨੂੰ ਕਰਤਾ ਭੋਗਤਾ, ਹੰਗਤਾ, ਮਮਤਾ ਵਰਗੇ ਬੰਧਨ ਛੱਡ ਕੇ ਤੇ ਮੁਕਤੀ ਪ੍ਰਾਪਤ ਕਰ ਲੈਂਦੇ ਜੀਵ। ਪਾਰ ਬ੍ਰਹਮ ਨੇ ਲਖ ਬੇਦਨ ਗਤ। ਇਧਰ ਪਰਮੇਸ਼ਰ ਤੋਂ ਖਾਲਸਾ ਜੀ ਕੀ ਲੁਕਿਆ? ਪਰਮੇਸ਼ਰ ਨੇ ਜਾਣਿਆ ਵੀ ਇਹ ਜਿਹੜੇ ਵੇਦ ਹੈ ਚਾਰੇ ਹੰਕਾਰੀ ਹੋਏ ਫਿਰਦੇ ਹੈ। ਉਹ ਕਹਿੰਦੇ ਆ ਵੀ ਸਾਡੇ ਕਰਕੇ ਪਰਮੇਸ਼ਰ ਨੂੰ ਲੋਕ ਜਾਣਦੇ। ਅਸੀਂ ਸੁਨੇਹਾ ਦਿੱਤਾ ਪਰਮੇਸ਼ਰ ਦਾ ਸੰਸਾਰ ਨੂੰ ਵੀ ਪਰਮੇਸ਼ਰ ਬ੍ਰਹਮ ਐਸਾ ਹੈ। ਜੇ ਅਸੀਂ ਨਾ ਹੋਈਏ ਤੇ ਪਰਮੇਸ਼ਰ ਨੂੰ ਸੰਸਾਰ ਤੇ ਕੌਣ ਜਾਣੇ? ਵੇਦ ਇਸ ਤਰ੍ਹਾਂ ਸੋਚਦੇ, ਮਨ ਵਿੱਚ ਵਿਚਾਰਦੇ ਹੈ। ਅਕਾਲ ਪੁਰਖ ਪਰਮੇਸ਼ਰ ਨੇ ਜਾਣਿਆ ਵੀ ਇਹਨਾਂ ਦੇ ਮਨ ਵਿੱਚ ਬਹੁਤ ਹੰਕਾਰ ਵੱਧ ਚੁੱਕਿਆ ਵੀ ਪਰਮੇਸ਼ਰ ਦੀ ਸੰਸਾਰ ਤੇ ਹੋਂਦ ਸਾਡੇ ਕਰਕੇ ਹੈ। ਸਾਡੇ ਕਰਕੇ ਜੀਵ ਗਿਆਨੀ ਬਣਦੇ ਹੈ। ਨਹੀਂ ਤਾਂ ਸਾਰੇ ਸੰਸਾਰ ਵਿੱਚ ਅਗਿਆਨ ਹੁੰਦਾ। ਪਰਮੇਸ਼ਰ ਨੂੰ ਕਿਸੇ ਨੇ ਪੂਜਣਾ ਨਹੀਂ। ਇਹ ਗੱਲ ਪਰਮੇਸ਼ਰ ਜੀ ਨੇ ਜਦੋਂ ਜਾਣੀ ਹੈ। ਜਿਨ ਕੇ ਭਇਓ ਹੰਕਾਰ ਵਿਕਾਰ। ਤੋ ਮਹਾਰਾਜ ਜਾਣ ਗਏ ਅਕਾਲ ਪੁਰਖ ਵੀ ਇਹ ਜਿਹੜੇ ਵੇਦ ਹੈ ਇਹਨਾਂ ਦੇ ਅੰਦਰ ਹੰਕਾਰ ਆ ਗਿਆ ਹੈ ਆਪਦੀ ਵਿਦਿਆ ਦਾ ਤੇ ਬ੍ਰਹਮ ਦੇ ਨਿਰਣੇ ਕਰਨ ਕਰਾਉਣ ਦਾ। ਇਹੀ ਜਨਮ ਦੇ ਜਗ ਮੈਂ ਹੈ ਫਿਰ। ਤੇ ਹੰਕਾਰ ਇਹੋ ਜਿਹਾ ਹੈ ਜਿਹੜਾ ਸਭ ਜੀਵਾਂ ਨੂੰ ਮੁੜ ਮੁੜ ਕੇ ਸੰਸਾਰ ਵਿੱਚ ਹਉ ਵਿੱਚ ਆਇਆ, ਹਉ ਵਿੱਚ ਗਿਆ ਤੇ ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਸੰਸਾਰ ਵਿੱਚ ਜੀਵ ਹਉ ਕਰਕੇ ਹੀ ਆਉਂਦਾ ਖਾਲਸਾ ਜੀ, ਹਉ ਕਰਕੇ ਹੀ ਜਾਂਦਾ, ਮੈਂ ਕਰਕੇ। ਹੰਕਾਰ ਮਹਾਰਾਜ ਕਹਿੰਦੇ ਇਹੋ ਜਿਹਾ ਹੈ, ਪਰਮੇਸ਼ਰ ਕਹਿੰਦੇ ਜਿਹੜਾ ਜੀਵਾਂ ਨੂੰ ਮੁੜ ਮੁੜ ਕੇ ਜਨਮ ਮਰਨ ਦਿੰਦਾ ਹੈ। ਸਕਲ ਵਿਕਾਰਨ ਮੂਲ ਉਦਾਰ। ਤੇ ਜਿੱਥੇ ਹੰਕਾਰ ਆ ਜਾਂਦਾ ਉੱਥੇ ਨਾ ਕ੍ਰੋਧ ਖੜਦਾ, ਨਾ ਲੋਭ ਖੜਦਾ, ਮੋਹ ਖੜਦਾ, ਸਾਰਾ ਕੁਝ ਉੱਥੇ ਆ ਜਾਂਦਾ। ਜਿੱਥੇ ਹੰਕਾਰ ਹੈ ਉੱਥੇ ਸਾਰੇ ਹੀ ਵਿਸ਼ੇ ਵਿਕਾਰ ਵੱਧ ਜਾਂਦੇ ਆ। ਮੁੱਢ ਹੈ ਸਾਰਿਆਂ ਦਾ। ਇਨ ਔਰ ਤੇ ਅਬ ਕਰਾਂ ਉਖਾਰਨ। ਤੇ ਅਸੀਂ ਵੇਦਾਂ ਦੇ ਵਿੱਚੋਂ
ਹੰਕਾਰ ਨੂੰ ਮੁੱਢੋਂ ਪੱਟ ਦੇਵਾਂਗੇ। ਕਿਰਪਾ ਸਿੰਧ ਏਸ ਬਿਧ ਔਰ ਤਾਰ। ਅਕਾਲ ਪੁਰਖ ਕਿਰਪਾ ਦੇ ਸਮੁੰਦਰ ਪਾਤਸ਼ਾਹ ਨੇ ਇਹ ਗੱਲ ਮਨ ਵਿੱਚ ਇਸ ਤਰ੍ਹਾਂ ਨਿਰਣਾ ਕੀਤੀ ਹੈ। ਭਈ ਗਗਨ ਬਾਨੀ ਤਬ ਇਨ ਕੋ। ਫਿਰ ਜਿਹੜੇ 4 ਵੇਦ ਸੀ ਖਾਲਸਾ ਜੀ, ਇਹਨਾਂ ਨੂੰ ਪਰਮੇਸ਼ਰ ਵੱਲੋਂ ਆਕਾਸ਼ਬਾਣੀ ਹੋਈ ਹੈ। ਨਾਰ ਸਰੀਰ ਕੋ ਲਿਹੁ ਅਵਤਾਰ। ਪਰਮੇਸ਼ਰ ਨੇ ਆਖਿਆ ਵੀ ਤੁਸੀਂ ਕਹਿੰਦੇ ਹੋ ਵੀ ਸੰਸਾਰ ਤੇ ਅਗਿਆਨ ਨਹੀਂ ਹੈ, ਵੀ ਅਸੀਂ ਵੇਦ ਹਾਂ, ਸਾਡੇ ਕਰਕੇ ਸੰਸਾਰ ਤੇ ਗਿਆਨ ਹੈ, ਤੇ ਜੇ ਅਸੀਂ ਨਾ ਹੁੰਦੇ ਅਗਿਆਨ ਹੀ ਅਗਿਆਨ ਹੁੰਦਾ। ਤੋ ਅਕਾਲ ਪੁਰਖ ਪਰਮੇਸ਼ਰ ਕਹਿੰਦੇ ਗੱਲ ਜਾਣਨੀ ਹੈ ਜੇ ਕੀ ਇਹ ਸੱਚ ਹੈ ਵੀ ਤੁਹਾਡੇ ਕਰਕੇ ਗਿਆਨ ਹੈ ਸੰਸਾਰ ਤੇ, ਜਾਂ ਵੀ ਹੁਣ ਅਗਿਆਨ ਹੈ ਹੀ ਨਹੀਂ ਸੰਸਾਰ ਤੇ, ਤੁਸੀਂ ਵੇਦ ਹੋ ਤੇ ਕੀ ਸੰਸਾਰ ਤੇ ਅਗਿਆਨ ਹੈ ਨਹੀਂ ਹੁਣ। ਜੇ ਇਹ ਗੱਲ ਜਾਣਨੀ ਹੈ ਤਾਂ ਤੁਹਾਨੂੰ ਮਨੁੱਖਾ ਦੇਹੀ ਧਾਰਨੀ ਪਵੇਗੀ। ਤੁਮਰੇ ਔਰ ਹੰਕਾਰ ਬੇਕਾਰ ਜੋ। ਕਿਉਂਕਿ ਜਿਹੜਾ ਤੁਹਾਡੇ ਹਿਰਦੇ ਵਿੱਚ ਹੰਕਾਰ ਦਾ ਵਿਸ਼ਾ ਪੈਦਾ ਹੋ ਗਿਆ, ਹੰਕਾਰ ਦਾ ਵਿਗਾੜ ਪੈਦਾ ਹੋ ਗਿਆ ਹੈ, ਨਿਸ਼ਫਲ ਕਰਹੁ ਜਨ ਏਮ ਲੇਹੋ। ਤੇ ਇਸ ਤਰ੍ਹਾਂ ਜਾਣ ਲਓ ਵੀ ਇਹ ਹੰਕਾਰ ਜਿਹੜਾ ਤੁਹਾਡੇ ਦਿਲ ਵਿੱਚ ਹੈ ਉਹ ਵਿਕਾਰ ਹੈ, ਇਹ ਤੁਸੀਂ ਨਿਫਲ ਕਰੋ। ਭਾਵ ਹੰਕਾਰ ਨੂੰ ਨਿਵਰਤ ਕਰਨਾ ਚਾਹੀਦਾ ਤੁਹਾਨੂੰ। ਜਿਹੜਾ ਤੁਹਾਡੇ ਮਨ ਵਿੱਚ ਹੰਕਾਰ ਹੈ ਵੀ ਸੰਸਾਰ ਤੇ ਜਿੰਨਾ ਗਿਆਨ ਵੇਦਾਂ ਕਰਕੇ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਇਹ ਗੱਲ ਤੁਹਾਨੂੰ ਮਨੁੱਖਾ ਦੇਹੀ ਧਾਰ ਕੇ ਪਤਾ ਲੱਗੇਗੀ। ਫਿਰ ਤੁਹਾਡਾ ਸ਼ੰਕਾ ਨਿਵਰਤ ਹੋਵੇਗਾ। ਜਦੋਂ ਭੁਲੇਖਾ ਨਾ ਰਹਿਆ ਫਿਰ ਤੁਹਾਡਾ ਹੰਕਾਰ ਵੀ ਨਿਸ਼ਫਲ ਹੋ ਜਾਵੇਗਾ। ਗੁਰ ਬਿਨ ਹਿਰਦੈ ਪ੍ਰਕਾਸ਼ ਨ ਹੋਵਤ। ਕਿਉਂਕਿ ਜਾਣ ਲਓ ਵੇਦੋ, ਸੰਸਾਰ ਵਿੱਚ ਗੁਰੂ ਤੋਂ ਬਿਨਾਂ ਕਦੇ ਵੀ ਹਿਰਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ ਹੈ। ਜਾਂ ਤੇ ਮੂਲ ਸਤ ਗੁਰੂ ਦੇਹੋ। ਇਸ ਕਰਕੇ ਗਿਆਨ ਦਾ ਮੂਲ ਮੁੱਢ ਤੁਸੀਂ ਨਹੀਂ ਹੋ ਵੇਦ, ਗਿਆਨ ਦਾ ਮੁੱਢ ਪਰਮੇਸ਼ਰ ਰੂਪ ਗੁਰੂ ਨਾਨਕ ਪਾਤਸ਼ਾਹ ਜਾਂ ਕੋ ਪੂਰੇ ਸੱਚੇ ਸੁੱਚੇ ਸਤਿਗੁਰੂ ਹੁੰਦੇ ਹਨ। ਤੁਮਰੋ ਖੇਦ ਬਿਨਸਕਾਰ ਜਾਵੈ ਹੈ। ਤੇ ਤੁਹਾਡਾ ਜਿਹੜਾ ਖੇਦ ਹੈ ਨਾ, ਦੁੱਖ, ਉਹ ਬਿਨਸ ਕਰਕੇ ਰਹਿ ਜਾਵੇਗਾ, ਨਾਸ਼ ਹੋ ਜਾਵੇਗਾ। ਕਦੋਂ? ਕਰਹੁ ਗੁਰੂ ਜਿਤ ਕਿਤ ਦ੍ਰਿਸ਼ ਟੇਹੋ। ਸੰਸਾਰ ਵਿੱਚ ਮਨੁੱਖਾ ਦੇ ਹੀ ਧਾਰ ਕੇ ਜਦੋਂ ਇੱਧਰ ਉੱਧਰ ਜਾ ਕੇ ਤੁਸੀਂ ਪੂਰਾ ਸੱਚਾ ਗੁਰੂ ਲੱਭੋਗੇ ਨਾ, ਤੁਹਾਨੂੰ ਸੰਸਾਰ 'ਚ ਜੇ ਸੱਚਾ ਗੁਰੂ ਮਿਲਿਆ ਤਦੋਂ ਜਾ ਕਰਕੇ ਕਿਤੇ ਤੁਹਾਡਾ ਹੰਕਾਰ ਦੂਰ ਹੋਵੇਗਾ, ਅਸਲੀ ਗਿਆਨ ਦਾ ਪ੍ਰਕਾਸ਼ ਫਿਰ ਤੁਹਾਡੇ ਹਿਰਦੇ ਅੰਦਰ ਹੋਣਾ ਹੈ। ਸਤਿਗੁਰ ਬਿਨਾ ਨਾ ਸ਼ਾਨਤੀ ਪਈਅਤ। ਠੀਕ ਹੈ, ਗਿਆਨ ਗਿਆਨੀ ਗਿਆਨਵਾਨ ਕੋ ਕਿੱਡਾ ਵੀ ਬਣ ਜਾਵੇ, ਪਰ ਗੁਰੂ ਤੋਂ ਬਿਨਾਂ ਕਦੇ ਹਿਰਦੇ ਵਿੱਚ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਹੈ ਤਾਂ ਮਨ ਸਮਝਾਵਣ ਕਾਰਨ ਕਛੂਕ ਪੜ੍ਹੀਆ ਗਿਆਨ ਹੈ ਵੀ ਗਿਆਨ ਪੜ੍ਹਦੇ ਹੋ, ਮਨ ਥੋੜ੍ਹਾ ਬਹੁਤਾ ਸਮਝ ਜਾਂਦਾ ਹੈ, ਪਰ ਹਿਰਦੇ ਦੀ ਸ਼ਾਂਤੀ ਗੁਰੂ ਤੋਂ ਬਿਨਾਂ ਨਹੀਂ ਮਿਲਦੀ ਹੈ। ਜਾਂ ਤੇ ਬਨਹੁ ਸਿੱਖ ਹਿਤ ਦੇਹੋ। ਇਸ ਕਰਕੇ ਤੁਸੀਂ ਉਹ ਕੋਈ ਗੁਰੂ ਲੱਭੋ, ਆਪਦਾ ਹਿਤ ਜਾਣ ਕਰਕੇ, ਤੇ ਗੁਰੂ ਲੱਭ ਕੇ ਉਹਦੇ ਸਿੱਖ ਬਣ ਜਾਓ, ਉਹਦੇ ਸ਼ਿਸ਼ ਬਣ ਜਾਓ, ਆਪਦਾ ਹਿਤ ਧਾਰ ਕੇ, ਹਿਤ ਦੇ ਕਰਕੇ, ਪ੍ਰੇਮ ਕਰਕੇ। ਇੱਕ ਇੱਕ ਵੇਦ ਚਤੁਰ ਬਾਪ ਤਾਰਾ। ਤੋ ਸਾਧ ਸੰਗਤ ਜੀ, ਕਵੀ ਜੀ ਕਹਿੰਦੇ ਫਿਰ ਕੀ ਹੋਇਆ, ਇੱਕ ਇੱਕ ਵੇਦ ਨੇ 4-4 ਮਨੁੱਖਾਂ ਦਾ ਜਿਹੜਾ ਦੇਹੀ ਧਾਰੀ 4-4 ਮਨੁੱਖਾਂ ਦਾ ਅਵਤਾਰ ਧਾਰਿਆ, ਜਾਂ ਕਹੋ ਉਹਨਾਂ 4 ਵੇਦਾਂ ਨੇ ਕਾਂਸੀ ਦੇ ਵਿੱਚ, ਇੱਕ ਵੇਦ ਨੇ 4-4 ਮਨੁੱਖਾਂ ਦਾ 4 ਹਿੱਸਿਆਂ ਵਿੱਚ 4 ਮਨੁੱਖਾਂ ਦਾ ਰੂਪ ਧਾਰ ਕੇ ਜਨਮ ਲੈਣਾ ਕੀਤਾ। ਬ੍ਰਹਮਾ ਤੁਮ ਸੰਗ ਨਰ ਤਨ ਪਾਏ। ਪਰਮੇਸ਼ਰ ਨੇ ਆਖੀ ਇਹ ਗੱਲ ਵੀ ਤੁਸੀਂ ਜਾਓ, ਇੱਕ ਵੇਦ 4 ਮਨੁੱਖਾਂ ਦਾ ਰੂਪ ਧਾਰੋ, ਜਨਮ ਲਓ 4 ਥਾਈਂ, ਤੇ ਜਿਹੜਾ ਬ੍ਰਹਮਾ ਹੈ ਨਾ ਤੁਹਾਨੂੰ ਰਚਨ ਵਾਲਾ, ਉਹ ਵੀ ਤੁਹਾਡੀ ਸਹਾਇਤਾ ਕਰਨ ਨੂੰ ਨਾਲ ਹੋਵੇਗਾ। ਰਛਕ ਸਦਾ ਹੋਤ ਜੇਤ ਕਿਤ ਇਹ। ਹਾਂ, ਜਿੱਥੇ ਕਿਥੇ ਬ੍ਰਹਮਾ ਤੁਹਾਡੀ ਰੱਖਿਆ ਕਰਨ ਵਾਲਾ ਹੋਵੇਗਾ। ਤੁਮਰੋ ਬਿਘਨ ਸਕਲ ਬਿਨਸਾਏ। ਤੁਹਾਡੇ ਸਾਰੇ ਬਿਘਨਾਂ ਨੂੰ ਇਹ ਬ੍ਰਹਮਾ ਹੀ ਕੱਟਿਆ ਕਰੇਗਾ ਸਾਰਿਆਂ ਨੂੰ। ਗਗਨ ਗਿਰਾ ਏਮ ਕਹਿਓ ਮੌਨ ਪੁਨ। ਤੋ ਇਸ ਤਰ੍ਹਾਂ ਖਾਲਸਾ ਜੀ ਮੌਨ ਚੁੱਪ ਹੋ ਗਈ ਜਿਹੜੀ ਆਕਾਸ਼ਬਾਣੀ ਹੋਈ ਇਹਨਾਂ ਵੇਦਾਂ ਦੇ ਤਾਈ। ਸੁਣ ਸਭ ਵੇਦ ਰਹੇ ਬੇਸਮਾਏ। ਸੁਣ ਕੇ ਖਾਲਸਾ ਜੀ 4 ਵੇਦ ਜਾਂ ਵੇਦਾਂ ਦੇ ਕਰਤਾ
ਵੇਖ ਕੇ ਬੜੇ ਹੈਰਾਨ ਹੋ ਗਏ ਹਨ। ਕਮਲਜ ਸਹਿਤ ਵਿਚਾਰਨ ਕਰ ਕੈ। ਆਕਾਸ਼ਬਾਣੀ ਪਰਮੇਸ਼ਰ ਦੀ ਸੁਣ ਕੇ ਬ੍ਰਹਮੇ ਦੇ ਸਮੇਤ ਇਹਨਾਂ ਚੌਂ ਵੇਦਾਂ ਨੇ ਆਪਸ ਵਿੱਚ ਵਿਚਾਰ ਸਲਾਹ ਕੀਤੀ ਹੈ। ਛਿਤ ਆਵਤਰੇ ਸਰੂਪ ਬਨਾਏ। ਮਨੁੱਖਾ ਦੇਹੀਆਂ ਬਣਾ ਬਣਾ ਕੇ ਤੇ ਸੰਸਾਰ ਤੇ ਜੰਮਣੇ ਸ਼ੁਰੂ ਹੋ ਗਏ ਹਨ, ਅਵਤਰਨੇ ਸ਼ੁਰੂ ਹੋ ਗਏ ਹੈ। ਇੱਕ ਇੱਕ ਵੇਦ ਚਤੁਰ ਬਾਪ ਤਾਰੇ। ਇੱਕ ਇੱਕ ਵੇਦ ਨੇ ਖਾਲਸਾ ਜੀ ਚਾਰ ਚਾਰ ਮਨੁੱਖਾਂ ਦਾ ਰੂਪ ਧਾਰ ਲਿਆ ਹੈ, ਜਨਮ ਲਿਆ ਹੈ। ਪ੍ਰਗਟ ਨਾਮ ਤਿਨ ਕਹਾ ਅਸੰਸ। ਉਹਨਾਂ ਦੇ ਨਾਮ ਪ੍ਰਗਟ ਹੀ ਹੈ, ਸ਼ੰਸੇ ਤੋਂ ਰਹਿਤ ਕਵੀ ਜੀ ਕਹਿੰਦੇ ਅਸੀਂ ਦੱਸਣਾ ਕਰਾਂਗੇ। ਪੂਰਨ ਸ਼ਾਮ ਵੇਦ ਕੇ ਇਹ ਫੇ। ਇਹ ਚਾਰ ਜਿਹੜੇ ਪੈਦਾ ਹੋਏ ਸ਼ਾਮ ਵੇਦ ਤੋਂ ਭੱਟ ਸਨ, ਜਿਹੜੇ ਮਨੁੱਖ ਸਨ, ਉਹ ਆ ਜਿਹੜੇ ਕਵੀ ਜੀ ਕਹਿੰਦੇ ਸੁਣਨਾ ਕਰੋ ਜੀ। ਮਥੁਰਾ ਜਾਲਪ ਬਲਹਰ ਬੰਸ। ਹਾਂ ਭਗਤ ਜਾਂ ਇਹ ਭੱਟ ਮਥੁਰਾ ਜੀ, ਭੱਟ ਜਾਲਪਾ ਜੀ, ਬਲ ਜੀ, ਹਰਬੰਸ ਜੀ, ਇਹ ਸ਼ਾਮ ਵੇਦ ਤੋਂ ਚਾਰ ਪੈਦਾ ਹੋਏ ਐ। ਪੁਨਰੇਗ ਵੇਦ ਕਲਯ ਜਲ ਨਲ। ਤੋ ਰਿਗਵੇਦ ਤੋਂ ਜਿਹੜਾ ਵੈ ਭੱਟ ਕਲ ਜੀ, ਭੱਟ ਜਲ ਜੀ ਤੇ ਭੱਟ ਨਲ ਜੀ ਪੈਦਾ ਹੋਏ ਹਨ। ਕਲ ਸਹਾਰ ਚੌਥੋ ਗਿਨ ਅੰਸ। ਹਾਂ ਇਸੇ ਤਰ੍ਹਾਂ ਫਿਰ ਚੌਥਾ ਵੇਦ ਰਿਗ ਦੀ ਅੰਸ਼ ਤੋਂ ਜਿਹੜਾ ਹੈ ਉਹ ਕਲ ਭਗਤ ਜਿਹੜਾ ਜਾਂ ਕਲ ਸਹਾਰ ਜਿਹੜਾ ਭੱਟ ਹੈ ਉਹ ਪੈਦਾ ਹੋਇਆ ਹੈ। ਪਏ ਜੋਜਰ ਕੇ ਟਾਲਿਆ ਸਾਲਿਆ ਪੁਨ ਜਾਲਿਆ। ਤੇ ਜੁਜਰ ਵੇਦ ਜਿਹੜਾ ਇਸ ਤੋਂ ਭਗਤ ਟਲ ਜੀ, ਭੱਟ ਟਲ ਜੀ, ਭੱਟ ਸਲ ਜੀ, ਪੁਨਾ ਫਿਰ ਜਲ ਭਗਤ ਭੱਟ ਜੀ ਹੋਏ ਹਨ। ਜਾਲਿਆ ਪਾਲਿਆ ਉਪਜੇ ਦੇ ਜੋ ਬੰਸ। ਹਾਂ ਭੱਟ ਭੱਲ ਜੀ ਤੇ ਇੱਕ ਇਸੇ ਤਰ੍ਹਾਂ ਇਹ ਦਿਜ ਬ੍ਰਾਹਮਣਾਂ ਦੀ ਬੰਸ ਵਿੱਚ ਪੈਦਾ ਹੋਏ। ਇਹ ਜਿਹੜੇ ਚਾਰ ਵੇਦ, ਇਹਨਾਂ ਤੋਂ ਇੱਕ ਵੇਦ ਤੋਂ ਚਾਰ ਚਾਰ ਭੱਟ ਬਣ ਕੇ ਕਾਂਸੀ ਵਿੱਚ ਬ੍ਰਾਹਮਣਾਂ ਦੇ ਘਰਾਂ ਵਿੱਚ ਪੈਦਾ ਹੋਏ ਹੈ। ਬਾਹਰ ਅਥਰਬਣ ਦਾਸ ਰੁਕੀਰਤ। ਫਿਰ ਅਥਰਬਣ ਵੇਦ ਜਿਹੜਾ ਵਾ ਉਹਦੇ ਵਿੱਚ ਭੱਟ ਦਾਸ ਜੀ, ਅਰ ਕੀਰਤ ਭੱਟ ਕੀਰਤ ਜੀ। ਗੇਨ ਗਇੰਦ ਸਦਰੰਗ ਸੁਚਾਰ। ਉਹ ਇਸੇ ਤਰ੍ਹਾਂ ਜਿਹੜਾ ਹੈ ਇਹ ਹੋਏ ਪੈਦਾ। ਤੋ ਕਵੀ ਜੀ ਕਹਿੰਦੇ ਇਹ ਪੈਦਾ ਹੋਏ ਜਿਨ੍ਹਾਂ ਤੋਂ ਫਿਰ ਇਹ ਜਿਹੜਾ ਵੇਦ ਹੈ ਅਥਰਬਣ, ਇਹ ਤੋਂ ਭੱਟ ਦਾਸ ਜੀ, ਭੱਟ ਕੀਰਤ ਜੀ, ਭੱਟ ਗਇੰਦ ਜੀ ਤੋਂ ਸਦਰੰਗ ਭਗਤ ਜਿਹੜੇ ਭੱਟ ਹਨ, ਇੱਕ ਇਹ ਪੈਦਾ ਹੋਏ ਹੈ। ਕਮਲਾਸਨ ਕੋ ਪਿਖਾ ਨਾਮ ਸੋਇਨ। ਜਿਹੜੇ ਕਮਲਾਸਨ ਕਹੀਏ ਬ੍ਰਹਮਾ ਹੈ, ਬ੍ਰਹਮੇ ਦਾ ਨਾਮ ਜਾਂ ਕਹੋ ਬ੍ਰਹਮਾ ਜਿਹੜਾ ਉਹ ਭਿੱਖਾ ਨਾਮੇ ਭੱਟ ਦੇ ਨਾਮ ਰਖਾ ਕੇ ਅਵਤਰੇ ਹੈ, ਪੈਦਾ ਹੋਏ ਹੈ। ਇਨ ਸਭ ਤੇ ਪਾ ਅਧਿਕ ਉਦਾਰ। ਇਹ ਸਾਰਿਆਂ ਤੋਂ ਬੜਾ ਭਾਰੀ ਉਦਾਰ ਸਖੀ ਹੈ। ਵਿਪਰ ਸਰੀਰ ਪਾਟ ਪਈ ਸੰਗਿਆ। ਇਹ ਬ੍ਰਾਹਮਣਾਂ ਦੇ ਘਰਾਂ ਵਿੱਚ ਖਾਲਸਾ ਜੀ ਆਪਦੇ ਆਪ ਨੂੰ ਸਫਲਾ ਕਰਨ ਵਾਸਤੇ ਵੇਦ ਪੈਦਾ ਹੋਏ ਹੈ। 4 4 8 4 12 4 16 ਤੇ 17ਵਾਂ ਭਿੱਖਾ ਜੀ ਜਿਹੜੇ ਬ੍ਰਹਮਾ ਸਨ। ਬ੍ਰਹਮਾ ਐਂ ਕਹਿ ਲਓ ਵੀ ਆਪਦੇ ਚਾਰ ਵੇਦਾਂ ਨੂੰ ਸਫਲਿਆਂ ਕਰਾਉਣ ਵਾਸਤੇ ਪੂਰੇ ਗੁਰੂ ਦੀ ਭਾਲ ਵਿੱਚ ਅੰਮ੍ਰਿਤਸਰ ਸਾਹਿਬ ਆਏ ਸੀ। ਬ੍ਰਾਹਮਣਾਂ ਦੇ ਘਰ ਵਿੱਚ ਜੰਮੇ ਸਨ ਕਾਂਸੀ, ਤੇ ਇਹਨਾਂ ਦੀ ਸੰਗਿਆ ਕਿ ਇਹ ਦੂਸਰਾ ਨਾਮ ਭੱਟ ਪਿਆ ਹੋਇਆ ਹੈ। ਇਹ ਬ੍ਰਾਹਮਣਾਂ ਦੇ ਘਰ ਵਿੱਚ ਜੰਮੇ, ਸੰਗਿਆ ਦਾ ਭਾਵ ਕਿ ਇਹ ਦੂਸਰਾ ਨਾਮ ਕਹੋ, ਇਹਨਾਂ ਦੀ ਸੰਗਿਆ ਭੱਟ ਕਰਕੇ ਸੰਸਾਰ ਵਿੱਚ ਮਸ਼ਹੂਰ ਹੈ। ਭੱਟਾਂ ਦੀ ਬਾਣੀ ਇਸ ਲਈ ਆਖਦੇ ਹੈ। ਵੱਡੇ ਬੈਸ ਮਹਿ ਪੇਕ ਸਾਰ। ਤੇ ਇੱਕੋ ਜਿਹੇ ਸਨ ਸਾਰੇ, ਵੱਡੀਆਂ ਵੱਡੀਆਂ ਇਹਨਾਂ ਦੀਆਂ ਉਮਰਾਂ ਸਨ। ਹੋਏ ਇਕੱਤਰ ਲੱਗੇ ਗੁਰ ਖੋਜਨ। ਤੇ ਇੱਕ ਜਦੋਂ ਇਕੱਠੇ ਹੋਏ 17 ਜਣੇ ਭਿੱਖੇ ਸਮੇਤ, ਤੇ ਪਰਮੇਸ਼ਰ ਨੇ ਆਖਿਆ ਸੀ ਨਾ ਵੀ ਜੇ ਹੰਕਾਰ ਤੁਹਾਡੇ ਮਨ ਵਿੱਚ, ਤੁਹਾਨੂੰ ਇਹ ਭੁਲੇਖਾ ਨਾ ਵੀ ਤੁਹਾਡੇ ਕਰਕੇ ਸੰਸਾਰ ਤੇ ਖਰੇ ਸਾਰੇ ਗਿਆਨਵਾਨ ਨੇ, ਤੇ ਪੂਰਾ ਗੁਰੂ ਲੱਭੋ, ਤੁਹਾਨੂੰ ਫੇਰ ਪਤਾ ਲੱਗੇਗਾ ਸੰਸਾਰ ਤੇ ਕਿੰਨਾ ਕੁ ਗਿਆਨ ਹੈ ਤੇ ਕਿੰਨਾ ਕੁ ਅਗਿਆਨ ਹੈ, ਤੇ ਗੁਰੂ ਤੋਂ ਬਿਨਾਂ ਪੂਰਨ ਗਿਆਨ ਸ਼ਾਂਤੀ ਨਹੀਂ। ਇਹ ਗੱਲ ਪਰਮੇਸ਼ਰ ਦੀ ਮੰਨ ਕੇ 17 ਜਣੇ ਇਕੱਠੇ ਹੋ ਕੇ ਭੱਟ ਸਾਰੇ
ਤੇ ਪੂਰੇ ਸਤਿਗੁਰੂ ਦੀ ਭਾਲ ਕਰਨ ਲੱਗ ਪਏ ਧਰਤੀ ਤੇ। ਦੇਸ਼ ਵਿਦੇਸ਼ਨ ਮਹਿਤ ਧਾਰ, ਤੇ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰੇਮ ਧਾਰ ਕੇ ਜਾਂ ਆਪਦਾ ਭਲਾ ਜਾਣ ਕਰਕੇ ਲੱਭਦੇ ਹੈ। ਪੰਥ ਜੀਤੇ ਜਾਗ ਵੇਖੈ ਪ੍ਰਭਿਰਤੇ, ਜਿੰਨੇ ਪੰਥ ਸਨ ਨਾ ਖਾਲਸਾ ਜੀ ਸੰਸਾਰ ਤੇ, ਕੋਈ ਸੰਨਿਆਸੀ ਆ, ਕੋਈ ਨਾਂਗੇ ਸਾਧੂ ਹੈ, ਜਿੰਨੇ ਵੀ ਹੋਰ ਕੰਨ ਪਾਟੇ ਜੋਗੀ ਸੰਨਿਆਸੀ, ਕੋਈ ਬ੍ਰਹਮਚਾਰੀ ਹੈ, ਸਤਪਰਤੱਗੀ ਜਿਹੜੇ ਜਪੀ ਤਪੀ, ਜਿੰਨੇ ਪੰਥ ਧਰਮ ਮਾਰਗ ਸੰਸਾਰ ਤੇ ਹੈ ਸਨ। ਸਾਭ ਕੇ ਨਿਕਟ ਕਰਤ ਪ੍ਰਸਥਾਨ, ਇਹ ਵਾਰੀ ਵਾਰੀ ਸਾਰਿਆਂ ਕੋਲ ਜਾਂਦੇ ਆ ਭੱਟ, ਵੀ ਸਾਨੂੰ ਕੌਣ ਸ਼ਾਂਤੀ ਦੀ ਦਾਤ ਬਖਸ਼ਦਾ ਹੈ। ਗਿਰੀਪੁਰੀ ਆਦਿਕ ਸੰਨਿਆਸੀ, ਜਿਹੜਿਆ ਗਿਰੀਪੁਰੀ ਸੰਨਿਆਸੀਆਂ ਦੀਆਂ ਕਿਸਮਾਂ ਹਨ, ਇਹਨਾਂ ਦੇ ਪਾਸ ਵੀ ਪਹੁੰਚੇ ਹਨ। ਤਿਨ ਤੇ ਸੁਨਹਿ ਬੈਨ ਹਿਤ ਠਾਨ, ਤੇ ਉਹ ਗਿਰੀਪੁਰੀ ਜਾਂ ਜਿਹੜੇ ਸੰਨਿਆਸੀ ਲੋਕ ਹੈ, ਕੋਈ ਵੱਡੇ ਵੱਡੇ ਵਿਦਾਂਤੀ, ਉਹਨਾਂ ਤੋਂ ਵੇਦ ਜਿਹੜੇ ਆ ਨਾ, ਇਹ ਜਿਹੜੇ ਭੱਟ ਹੈ 17, ਉਹਨਾਂ ਤੋਂ ਉਹਨਾਂ ਦੇ ਬਚਨ ਸੁਣ ਕੇ ਵੀ ਦੇਖਦੇ ਵੀ ਸਾਨੂੰ ਸ਼ਾਂਤੀ ਮਿਲਦੀ ਹੈ, ਉਹਨਾਂ ਤੋਂ ਸਿੱਖਿਆ ਦੀਖਿਆ ਲੈਣ ਵਾਸਤੇ ਜਾਂਦੇ ਆ, ਸਭ ਦੇ ਵਿਚਾਰ ਸੁਣਦੇ ਬੈਠ ਬੈਠ ਕੇ। ਜੋਗ ਅਭਿਆਸੀਆਰ ਕੰਨ ਪਾਟੇ, ਅਭਿਆਸੀ ਯੋਗਾ ਕਰਨ ਵਾਲੇ ਜਿਹੜੇ ਜੋਗੀ ਲੋਕ ਆ, ਕੰਨ ਪਾਟੇ ਜੋਗੀ ਜੋ ਹਨ। ਦੋਨੋਂ ਟੇਗ ਕੀਓ ਸੰਗ ਮਹਾਨ, ਉਹਨਾਂ ਦੀ ਵੀ ਇਹਨਾਂ ਨੇ ਸੰਗਤ 17 ਜਣਿਆਂ ਨੇ ਬੜੀ ਕੀਤੀ ਹੈ। ਬ੍ਰਹਮਚਾਰੀ ਤਪਸੀ ਬੈਰਾਗੀ, ਬ੍ਰਹਮਚਾਰੀਆਂ ਕੋਲ ਵੀ ਗਏ, ਤਪੱਸੀਆਂ ਕੋਲ ਵੀ ਗਏ ਹਨ, ਵੈਰਾਗੀਆਂ ਦੇ ਪਾਸ ਵੀ ਪਹੁੰਚੇ ਹੈ। ਅਪਰ ਕੀਤੇ ਕੋ ਕਰੈ ਬਖਾਨ, ਕਵੀ ਜੀ ਕਹਿੰਦੇ ਹੋਰ ਕਿੰਦਾ ਕਿੰਦਾ ਨਾਂ ਲਈਏ, ਪੂਰੇ ਗੁਰੂ ਦੀ ਭਾਲ ਵਿੱਚ ਭੱਟ ਜਿਹੜੇ 17 ਸਭ ਪੰਥਾਂ ਧਰਮਾਂ ਦੇ ਲੋਕਾਂ ਕੋਲ ਗਏ ਹਨ, ਆਪਦੇ ਅੰਦਰ ਸ਼ਾਂਤੀ ਲਿਆਉਣ ਵਾਸਤੇ, ਪੂਰਾ ਗੁਰੂ ਪ੍ਰਾਪਤ ਕਰਨ ਵਾਸਤੇ। ਸੰਮਤ ਏਕ ਫੇਰੇ ਜਗ ਖੋਜਤ, ਇੱਕ ਵਰਾ ਜਿਹੜਾ ਨਾ, ਉਹ ਕਹਿੰਦੇ ਸੰਸਾਰ ਤੇ ਲੱਭਦੇ ਫਿਰੇ ਹਨ ਸਾਰੇ ਪਾਸੇ ਹੀ। ਜੇ ਸਾਧਕ ਪਰਲੋਕ ਉਦਾਰ, ਜਿੰਨੇ ਕੋ ਸਾਧਨ ਸਾਧਨ ਵਾਲੇ ਸਾਧਕ ਸਨ, ਉਹ ਸਾਰੇ ਜਿੰਨੇ ਵੀ ਆ, ਉਹਨਾਂ ਦੇ ਤਾਈਂ ਵੀ ਪਹੁੰਚ ਪਹੁੰਚ ਕੇ ਸ਼੍ਰੇਸ਼ਟ ਪਰਲੋਕ ਦੇ ਸਾਧਨ ਕਰਨ ਵਾਲੇ ਸਾਧੂਆਂ ਪਾਸ ਵੀ ਵਿਚਾਰੇ ਜਾਂਦੇ ਰਹੇ ਆ। ਕਹੈ ਨਿਜ ਬਚਨ ਸ਼ਾਂਤ ਦੇ ਚਿਤ ਕੋ, ਤੇ ਉਹ ਆਪੋ ਆਪਣੇ ਬਚਨ ਕਹਿੰਦੇ ਆ ਨਾ, ਜਦੋਂ ਜਿਹਦੇ ਕੋਲ ਵੀ ਜਾਂਦੇ ਆ, ਸੰਨਿਆਸੀ ਕੋਲ, ਜੋਗੀ ਕੋਲ, ਹੋਰ ਕਿਸੇ ਸਿੱਧ ਸਾਧਕ ਕੋਲ, ਜਦੋਂ ਉਹ ਆਪੋ ਆਪਣੇ ਬਚਨ ਕਹਿੰਦੇ ਇਹਨਾਂ ਨੂੰ ਸ਼ਾਂਤੀ ਦੇਣ ਵਾਸਤੇ, ਜਦੋਂ ਗਿਆਨ ਦੀਆਂ ਗੱਲਾਂ ਕਰਦੇ ਆ। ਐਸੋ ਕਾਤਹੁ ਨਹੀਂ ਬਿਨਿਹਾਰ, ਪਰ ਕੋਈ ਗੱਲ ਨਾ ਬਣੇ, ਜਿਹਦੇ ਕੋਲ ਜਾਂਦੇ ਆ ਉਹ ਗੱਲ ਸੁਣਦੇ ਉਹਦੀ, ਪਰ ਇਹਨਾਂ ਨੂੰ ਗੁਰੂ ਜਿਵੇਂ ਪੂਰੀ ਸ਼ਾਂਤੀ ਮਿਲੇ ਜਿਹਦੇ ਨਾਲ, ਇਹੋ ਜਿਹਾ ਉਪਦੇਸ਼ ਦੇਣ ਵਾਲਾ ਕਿਸੇ ਪੰਥ ਵਿੱਚੋਂ ਨਹੀਂ ਪ੍ਰਾਪਤ ਹੋਇਆ। ਦੇਸ਼ ਵਿਦੇਸਣ ਸਗਰੇ ਫਿਰ ਕਰ, ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਭੱਟ ਤੁਰਦੇ ਫਿਰਦੇ ਰਹੇ ਆ। ਪਏ ਉਦਾਸ ਗਏ ਜਬ ਹਾਰ, ਤੇ ਉਦਾਸ ਹੋ ਗਏ, ਹਾਰ ਗਏ ਐ, ਕਿਸੇ ਦੀਆਂ ਗੱਲਾਂ ਦੇ ਵਿੱਚੋਂ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਐ। ਉਤਰਿਓ ਗਰਭ ਅਹੈ ਹਮ ਜਗ ਮਹਿ, ਫਿਰ ਇਹਨਾਂ ਦਾ ਸੰਸਾਰ ਜਿਹੜਾ ਇਹਨਾਂ ਦੇ ਅੰਦਰ ਹੰਕਾਰ ਸੀ ਨਾ, ਵੀ ਸਾਡੇ ਕਰਕੇ ਹੀ ਲੋਕ ਗਿਆਨਵਾਨ, ਵੀ ਵੇਦਾਂ ਨੂੰ ਇਹ ਸੀ ਨਾ ਵੀ ਅਸੀਂ ਸੰਸਾਰ ਤੇ ਹਾਂ ਤੇ ਤਾਂ ਹੀ ਗਿਆਨ ਹੈ। ਤੇ ਜਦੋਂ ਜਿਹਦੇ ਕੋਲ ਜਾਂਦੇ ਵੱਡੇ ਵੱਡੇ ਵੇਦ ਪੜ੍ਹਨ ਵਾਲਿਆਂ ਕੋਲ ਵੀ, ਤੇ ਰੂਪ ਬਦਲਿਆ ਹੋਇਆ ਇਹਨਾਂ ਦਾ, ਕਿਸੇ ਨੂੰ ਕੀ ਪਤਾ ਵੀ ਇਹ ਵੇਦ ਹੈ। ਜਿਹਦੇ ਕੋਲ ਜਾਂਦੇ ਆ ਉਹਨਾਂ ਦੀਆਂ ਗੱਲਾਂ ਵਿਚਾਰ ਸੁਣਦੇ ਆ, ਉਹਨਾਂ ਤੋਂ ਉਪਦੇਸ਼ ਸਿੱਖਿਆ ਲੈਂਦੇ, ਗਿਆਨ ਦੀਆਂ ਬੜੀਆਂ ਬੜੀਆਂ ਗੱਲਾਂ ਕਰਦੇ ਸਾਰੇ, ਪਰ ਇਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਫਿਰ ਇਹਨਾਂ ਦੇ ਮਨ 'ਚੋਂ ਹੰਕਾਰ ਉਤਰਿਆ ਵੀ ਇਹ ਮਨਾ, ਵੀ ਅਸੀਂ ਸੰਸਾਰ ਦੇ ਵਿੱਚ ਹੀ ਆ ਨਾ ਵੇਦ, ਤੇ ਸਾਡੇ ਹੁੰਦਿਆਂ ਹੋਇਆਂ ਵੀ ਵੇਦ ਪੜ੍ਹਨ ਵਾਲਿਆਂ ਕੋਲ ਤਾਂ ਸ਼ਾਂਤੀ ਨਹੀਂ ਹੈ ਜਿਨ੍ਹਾਂ ਕੋਲ ਜਾ ਕੇ ਅਸੀਂ ਬੈਠੇ ਹਾਂ। ਨਾ ਕਿਸੇ ਜੋਗੀ ਕੋਲ ਜਤ ਹੈ, ਨਾ ਕਿਸੇ ਸਾਧੂ ਕੋਲ ਸਤ ਹੈ, ਜਤ ਸਤ ਖਤਮ ਹੋ ਚੁੱਕਾ ਹੈ ਸੰਸਾਰ ਤੋਂ। ਤੇ ਅਸੀਂ ਸੋਚਦੇ ਹਾਂ ਵੀ ਅਸੀਂ ਸੰਸਾਰ ਵਿੱਚ ਹਾਂ ਤਾਂ ਗਿਆਨ ਹੈ, ਸੰਸਾਰ ਵਿੱਚ ਗਿਆਨ ਕਿਸੇ ਪਾਸ ਨਹੀਂ ਰਿਹਾ। ਸਾਡੇ ਹੁੰਦਿਆਂ ਹੋਇਆਂ ਵੀ ਸਾਰਾ ਸੰਸਾਰ ਅਗਿਆਨੀ ਹੈ। ਇਹਨਾਂ ਦਾ ਹੰਕਾਰ ਜਿਹੜਾ ਵੈ ਦੂਰ ਹੋਇਆ ਹੈ। ਤਉ ਨਾ ਦੇਖਿਓ ਬਿਨਾ ਬਿਕਾਰ, ਵੀ ਵੇਦ ਪੜ੍ਹਨ ਵਾਲੇ ਜਿਹੜੇ ਸਾਨੂੰ ਪੜ੍ਹਨ ਵਾਲੇ ਐ,
ਉਹਨਾਂ ਦੇ ਵਿੱਚੋਂ ਅਸੀਂ ਇੱਕ ਵੀ ਇਹੋ ਜਿਹਾ ਨਹੀਂ ਵੇਖਿਆ ਜਿਹਦੇ ਵਿੱਚ ਕੋਈ ਵਿਕਾਰ ਨਾ ਹੋਵੇ। ਸਭ ਵਿਸ਼ੇ ਭੋਗਣ ਵਾਲੇ ਹਨ ਵਿਸ਼ਈ ਲੋਕ। ਜਾਂ ਤੇ ਸਤ ਗੁਰ ਸਭ ਦੇ ਦੀਰਘ। ਫਿਰ ਇਹਨਾਂ ਨੂੰ ਇਸ ਗੱਲ ਦਾ ਗਿਆਨ ਹੋਇਆ ਵੀ ਵੇਦਾਂ ਤੋਂ ਸਾਡੇ ਗਿਆਨ ਤੋਂ ਵੀ ਵੱਡਾ ਉਹ ਹੁੰਦਾ ਜਿਹੜਾ ਪੂਰਾ ਸਤਿਗੁਰੂ ਸੱਚਾ ਪਾਤਸ਼ਾਹ ਹੋਵੇ। ਜਿਨ ਕੇ ਮਿਲਤ ਸ਼ਾਂਤ ਚਿਤ ਪਾਏ। ਜਿਸ ਗੁਰੂ ਦੇ ਮਿਲਣ ਦੇ ਨਾਲ ਚਿੱਤ ਨੂੰ ਸ਼ਾਂਤੀ ਮਿਲੇ ਉਹ ਗੁਰੂ ਤਾਂ ਵੇਦਾਂ ਤੋਂ ਵੀ ਵੱਡਾ ਹੈ। ਗਰਭ ਤੇ ਸਰਬ ਪਏ ਜਬ। ਤੇ ਜਦੋਂ ਖਾਲਸਾ ਜੀ ਫਿਰ ਹੰਕਾਰ ਦੇ ਨਾਲ ਬਿਨਾਂ ਗਰਭ ਤੇ ਸਰਬ ਭਏ ਜਬ, ਜਦੋਂ ਇਹ ਸਾਰੇ ਵੇਦ 16 ਤੇ ਸਮੇਤ ਬ੍ਰਹਮੇ ਦੇ ਸਾਰੇ ਹੀ ਇਹ ਬਿਨਾਂ ਹੰਕਾਰ ਤੋਂ ਹੋ ਗਏ, ਹੰਕਾਰ ਦੂਰ ਹੋ ਗਿਆ ਜਦੋਂ। ਸੁਧਾ ਸਰੋਵਰ ਕੀ ਦੇਸ਼ ਆਏ। ਤੇ ਲੱਭਦੇ ਲਭਾਉਂਦੇ ਖਾਲਸਾ ਜੀ ਫਿਰ ਅੰਮ੍ਰਿਤਸਰ ਸਾਹਿਬ ਵੱਲ ਨੂੰ ਹੋ ਤੁਰੇ ਕਾਂਸੀ ਵਿੱਚੋਂ ਦੀ। ਮਹਿਮਾ ਸੁਨਤ ਅਨੇਕ ਲੋਕ ਤੇ। ਬੜਿਆਂ ਲੋਕਾਂ ਤੋਂ ਇਹਨਾਂ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੀ ਮਹਿਮਾ ਸੁਣੀ ਹੈ। ਸ਼੍ਰੀ ਅਰਜਨ ਸਤ ਗੁਰ ਸੁਖ ਦਾਏ। ਸਭ ਸੰਗਤ ਜਾਂ ਲੋਕ ਸੰਸਾਰ ਦੇ ਕਹਿੰਦੇ ਆ ਵੀ ਕਿਤੇ ਸ਼ਾਂਤੀ ਨਹੀਂ, ਜੇ ਸ਼ਾਂਤੀ ਹੈ ਤਾਂ ਕੇਵਲ ਤੇ ਕੇਵਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਰੇ ਸੁੱਖਾਂ ਦੇ ਦੇਣ ਵਾਲੇ ਹਨ। ਭਿਖੇ ਸਹਿਤ ਸਕਲ ਹੀ ਮਿਲ ਕੈ। ਇਹ ਬ੍ਰਹਮਾ ਭਾਵ ਭਿਖੇ ਭੱਟ ਦੇ ਸਹਿਤ ਦੂਜੇ 16 ਭੱਟ ਮਿਲ ਕਰਕੇ। ਦਰਸ਼ਨ ਹਿਤ ਚਿਤ ਚਾਪ ਬਢਾਏ। ਤੇ ਹਿਰਦੇ ਵਿੱਚ ਉਤਸ਼ਾਹ ਵਧਾ ਕੇ ਦਰਸ਼ਨਾਂ ਦਾ ਅੰਮ੍ਰਿਤਸਰ ਸਾਹਿਬ ਨੂੰ ਆਏ ਹਨ। ਗੁਣ ਕੋ ਸੁਣਤ ਸ਼ਾਂਤ ਹੋਏ ਆਈ। ਸਿੱਖਾਂ ਸੰਗਤਾਂ ਤੋਂ ਮਹਾਰਾਜ ਦੇ ਗੁਣ ਵਡਿਆਈਆਂ ਸੁਣ ਕੇ ਇਹਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸ਼੍ਰੀ ਅਰਜਨ ਕੋ ਸਿਮਰਤ ਨਾਮ। ਤੇ ਇਹ ਵੀ ਹੁਣ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦਾ ਨਾਮ ਸਿਮਰਨ ਲੱਗ ਪਏ ਹਨ। ਸਭ ਪਹੁੰਚੇ ਹਰ ਮੰਦਰ ਮੈਂ ਜਬ। ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਸਿਮਰਦੇ ਖਾਲਸਾ ਜੀ 17 ਦੇ 17 ਭੱਟ ਜਦੋਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ ਐ। ਦਰਸ਼ਨ ਪਿਖਿਓ ਅਜਬ ਅਭਿਰਾਮ। ਮਹਾਰਾਜ ਦੇ ਦਰਸ਼ਨ ਕਰਕੇ ਅਬਰਾਮ ਸੁੰਦਰ ਦਰਸ਼ਨ, ਅਜਬ ਅਸਚਰਜ ਕਰ ਦੇਣ ਵਾਲੇ ਗਰੀਬ ਨਵਾਜ ਦੇ ਜਦੋਂ ਦਰਸ਼ਨ ਅਜਬ ਦਰਸ਼ਨ ਡਿੱਠੇ ਹਨ। ਸ਼ਿਆਮ ਸਰੂਪ ਅਨੂਪ ਚਤੁਰਭੁਜ। ਇਹਨਾਂ ਨੂੰ ਖਾਲਸਾ ਜੀ ਦਰਸ਼ਨ ਕਿਉਂਕਿ ਵੇਦ ਸਨ, ਇਹਨਾਂ ਨੂੰ ਸ਼ਿਆਮ ਸਰੂਪ ਦੇ ਭਾਵ ਵਿਸ਼ਨ ਕ੍ਰਿਸ਼ਨ ਸਰੂਪ ਦੇ ਦਰਸ਼ਨ ਸਤਿਗੁਰਾਂ ਦੇ ਹੋ ਰਹੇ ਹਨ। ਅਨੂਪ ਚਤੁਰਭੁਜ 4 ਬਾਹਾਂ ਸਮੇਤ। ਸੁੰਦਰ ਬਦਨ ਸੁਛਾਬੋ ਕੋ ਤਾਮ। ਉਸ ਮਹਾਵਿਸ਼ਨੂੰ ਦੇ ਦਰਸ਼ਨ ਇਹਨਾਂ ਨੂੰ ਹਰਿਮੰਦਰ ਸਾਹਿਬ ਚੋਂ ਹੋ ਰਹੇ ਹੈ, ਜਿਸ ਦਾ ਬਹੁਤ ਸੁੰਦਰ ਪਾਵਨ ਮੁਖਾਰ ਬਿੰਦ ਹੈ, ਸ਼ੋਭਾ ਦਾ ਧਾਮ ਘਰ ਹੈ। ਭਾਵ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਹਨ ਤਾਂ ਪਰਮੇਸ਼ਰ ਨਾ, ਉਹ ਸਾਖਸ਼ਾਤ ਪਰਮੇਸ਼ਰ ਦੇ ਫਿਰ ਇਹਨੂੰ ਦਰਸ਼ਨ ਹੋਣ ਲੱਗੇ ਆ ਜਦੋਂ ਇੱਥੇ ਆਏ, ਕਿਉਂਕਿ ਵੇਦ ਸਨ ਪਰਮੇਸ਼ਰ ਇਹਨਾਂ ਵੇਖਿਆ ਹੋਇਆ। ਤੇ ਜਦੋਂ ਇੱਥੇ ਹਰਿਮੰਦਰ ਸਾਹਿਬ ਆਏ ਤੇ ਵੇਖਿਆ ਹਰਿਮੰਦਰ ਸਾਹਿਬ ਦੇ ਵਿੱਚ ਪਰਮੇਸ਼ਰ ਸਿੰਘਾਸਣ ਲਾ ਕੇ ਬੈਠੇ ਹੋਏ ਆ। ਬੈਠੇ ਧੰਨ ਗੁਰੂ ਅਰਜਨ ਦੇਵ ਹਨ, ਪਰ ਇਹਨਾਂ ਨੇ ਵੇਖਿਆ ਸੀ ਪਰਮੇਸ਼ਰ ਵੇਦਾਂ ਨੇ ਸੱਚਖੰਡ ਵਿੱਚ ਕੈਸਾ ਹੈ। ਜਦੋਂ ਆਏ ਤਾਂ ਖਾਲਸਾ ਜੀ ਵੇਖ ਕੇ ਨਦਰੋ ਨਦਰ ਨਿਹਾਲ ਹੋ ਗਏ ਹਨ ਸਤਿਗੁਰਾਂ ਦੇ ਦਰਸ਼ਨ ਕਰਕੇ। ਮਹਾਂ ਜੋਤ ਜਾਗਤ ਚਾਹ ਦਿਸ਼ ਮੈਂ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ 4 ਚਫੇਰੇ ਮਹਾਨ ਪ੍ਰਕਾਸ਼ ਹੋਇਆ ਇਹਨਾਂ ਨੂੰ ਦਿਸਦਾ, ਹੋਰ ਸੰਗਤ ਨੂੰ ਕੁਝ ਨਹੀਂ ਦਿਸਦਾ। ਇਹਨਾਂ ਨੂੰ 4 ਚਫੇਰੇ ਮਹਾਰਾਜ ਦੇ ਐਨ ਹਜ਼ਾਰਾਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਦਿਸ ਰਿਹਾ ਹੈ। ਕਰਤ ਅਨੇਕ ਸੋ ਨੰਬਰ ਪ੍ਰਣਾਮ। ਤੇ ਅਨੇਕਾਂ ਤਰ੍ਹਾਂ ਦੇ ਨਾਲ ਖਾਲਸਾ ਜੀ ਨਮਸਕਾਰਾਂ ਪ੍ਰਣਾਮ ਕਰਨ ਲੱਗ ਪਏ ਆ ਦਰਸ਼ਨ ਕਰਕੇ। ਕਮਲਾ ਕਰ ਕਮਲਨ ਪਾਦ ਕਮਲ ਜੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਹਾਰਾਜ ਦੇ ਦਰਸ਼ਨ ਇਧਰ ਸੰਗਤਾਂ ਵੀ ਕਰ ਰਹੀਆਂ, ਲੱਖਾਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਕਰਕੇ ਨਦਰੋ ਨਦਰ ਨਿਹਾਲ ਹੁੰਦੀਆਂ ਹਨ। ਮ੍ਰਿਦੁਲ ਪਲੋਸਤ ਪ੍ਰੀਤ ਵਿਸਾਲ। ਤੇ ਇਹ ਵੇਖਦੇ ਆ ਸਤਿਗੁਰੂ ਅਰਜਨ ਦੇ ਪਾਤਸ਼ਾਹ ਪਰਮੇਸ਼ਰ ਸਰੂਪ ਦੇ ਲక్ష్ਮੀ ਖਾਲਸਾ ਜੀ ਹੱਥ ਕਮਲਾਂ ਨਾਲ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਹੜੇ ਚਰਨ ਕਮਲ ਹੈ
ਬੜੇ ਕੋਮਲ ਉਹਨਾਂ ਨੂੰ ਪ੍ਰੀਤ ਦੇ ਨਾਲ ਉਹਨਾਂ ਚਰਨਾਂ ਦੀ ਮੁੱਠੀ ਚਾਪੀ ਕਰ ਰਹੀ ਹੈ। ਸ਼ੁਭਤ ਸੇਖ ਸਾਈ ਵੱਡ ਸ਼ੋਭਾ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਬਹੁਤ ਭਾਰੀ ਜਿਹੜੀ ਸ਼ੋਭਾ ਹੈ ਨਾ, ਉਹ ਇਹ ਵੇਖ ਵੇਖ ਕੇ ਨਦਰੋ ਨਦਰ ਨਿਹਾਲ ਹੋ ਰਹੇ ਹਨ। ਦ੍ਰਿਗ ਬਿਸਤਰਤ ਕੋਰ ਜੁਗ ਲਾਲ। ਸਤਿਗੁਰਾਂ ਦੇ ਚੌੜੇ ਨੇਤਰ ਹੈ ਤੇ ਨੇਤਰਾਂ ਦੇ ਕੋਨੇ ਐਨ ਲਾਲ ਸੂਹੇ ਸ਼ੋਭਾ ਪਾਉਂਦੇ ਐ। ਪੀਤੰਬਰ ਸਭ ਅੰਗ ਵਿਭੂਖਨ। ਤੋ ਐਸੇ ਤਰ੍ਹਾਂ ਸਤਿਗੁਰਾਂ ਦੇ ਪੀਲੇ ਰੰਗ ਦੇ ਕੱਪੜੇ ਜਿਹੜੇ ਪਰਮੇਸ਼ਰ ਦੇ ਨਾ ਸੱਚਖੰਡ ਵਿੱਚ ਪਾਏ ਵੇਖੇ ਸੀ ਨਾ ਭੱਟਾਂ ਨੇ, ਪੀਲੇ ਰੰਗ ਦੇ ਕੱਪੜੇ ਗਰੀਬ ਨਵਾਜ ਸਤਿਗੁਰਾਂ ਦੇ ਪਾਏ ਹੋਏ ਵੇਖ ਰਹੇ ਹਨ ਤੇ ਬੜੇ ਭਾਰੀ ਗਹਿਣੇ ਪਾਏ ਹੋਏ ਐ। ਵੱਡੇ ਵਿਭੂਖਤ ਗਰਬਾਨ ਮਾਲ। 5 ਲੜੀਆ ਹਾਰ ਸਤਿਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਸਰੂਪ ਦੇ ਗਲ ਵਿੱਚ ਸ਼ੋਭਾ ਪਾ ਰਿਹਾ ਹੈ। ਸੀਸ ਕਿਰੀਟ ਕਿਸ ਮ੍ਰਿਦ ਮੇਚਕ। ਵਜੰਤੀ ਮਾਲਾ ਪਾਈ ਹੋਈ ਗਲੇ ਵਿੱਚ ਵੇਖਦੇ ਐ। ਸਤਿਗੁਰਾਂ ਦੇ ਸੀਸ ਤੇ ਮੁਕਟ ਪਾਇਆ ਹੋਇਆ ਇਹਨਾਂ ਨੂੰ ਦਰਸ਼ਨ ਡਿਠ ਰਹੇ ਹਨ। ਕੇਸ ਮ੍ਰਿਦ ਕੋਮਲ ਸਤਿਗੁਰਾਂ ਦੇ ਕੇਸ ਕਾਲੇ ਰੰਗ ਦੇ। ਕੁੰਘਰਿਆਰੇ ਸ਼ੋਭਤ ਭਾਲ। ਚੌੜਾ ਮੱਥਾ ਕੁੰਗਰਿਆਲੇ ਕਾਲੇ ਸ਼ਾਹ ਕੋਮਲ ਕੇਸ ਦਿਸ ਰਹੇ ਹਨ। ਦੋਹਰਾ ਵੇਦ ਸਰੂਪ ਜੇ ਵਿਪਰ ਬਾਰ। ਇਧਰ ਸਾਧ ਸੰਗਤ ਜੀ ਕਵੀ ਜੀ ਕਹਿੰਦੇ ਜਿਹੜੇ ਵੇਦ ਸੀ ਨਾ ਸਰੂਪ, ਜਿਹੜੇ ਸ੍ਰੇਸ਼ਟ ਬ੍ਰਾਹਮਣਾਂ ਦਾ ਭਾਵ ਭਟਾਂ ਦਾ ਰੂਪ ਧਾਰ ਕੇ ਆਏ ਹੋਏ ਐ। ਹਰ ਸਰੂਪ ਤੇ ਨਦੀਖ। ਉਹਨਾਂ ਨੂੰ ਸਤਿਗੁਰੂ ਅਰਜਨ ਦੇਵ ਦਾ ਇਹ ਸਰੂਪ ਨਹੀਂ ਦਿਸਿਆ, ਸਿੱਧ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਦਿਸ ਰਿਹਾ ਹੈ। ਅਪਰ ਨਹੀਂ ਕਾਹੂ ਲਖਿਓ। ਤੇ ਹੋਰ ਕਿਸੇ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ। ਸੰਗਤਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਇਸੇ ਸਾਦੇ ਲਿਬਾਸ 'ਚ ਹੀ ਦਿਸ ਰਹੇ ਹੈ, ਪਰ ਇਹ ਭਗਤ ਜਿਹੜੇ ਸਨ ਵਾਹਿਗੁਰੂ ਭੱਟ ਬੇਦ, ਇਹਨਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਰਮੇਸ਼ਰ ਸਰੂਪ ਦਿਸਦੇ ਹੈ। ਸੀਸ ਤੇ ਮੁਕਟ ਪਾਇਆ ਹੋਇਆ ਹੈ, ਬਾਹਾਂ ਵਿੱਚ ਬਹੁਟੇ ਹੈ, ਤੋ ਇਸੇ ਤਰ੍ਹਾਂ ਪੀਲੇ ਰੰਗ ਦੇ ਬਸਤਰ ਹੈ, ਕਾਲੇ ਕੁੰਗਰਾਲੇ ਖੁੱਲੇ ਕੇਸ ਬੜੇ ਭਾਰੀ ਦਿਸ ਰਹੇ ਹਨ, ਬਹੁਤ ਵੱਡਾ ਸਰੀਰ ਤੇ 4 ਚਫੇਰੇ ਹਜ਼ਾਰਾਂ ਕਰੋੜਾਂ ਜਿਵੇਂ ਸੂਰਜਾਂ ਦਾ ਪ੍ਰਕਾਸ਼ ਇਉਂ ਜਾਪਦਾ ਹੈ। 4 ਚਫੇਰਿਓਂ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਤੇ ਵਿਚਕਾਰ ਸਤਿਗੁਰੂ ਅਰਜਨ ਦੇਵ ਜੀ ਲక్ష్ਮੀ ਇਹਨਾਂ ਦੇ ਚਰਨ ਘੁੱਟਦੀ, ਇਹਨਾਂ ਜਿਹੜੇ ਬ੍ਰਾਹਮਣਾਂ ਨੂੰ ਜਾਂ ਭਟਾਂ ਨੂੰ ਸਾਫ਼ ਪ੍ਰਤੱਖ ਦਰਸ਼ਨ ਹੋ ਰਹੇ ਹੈ। ਦੇਨ ਹੋਤੀ ਤੇ ਨਸੀਖ। ਤੋ ਇਸ ਤਰ੍ਹਾਂ ਗੱਲ ਇਹ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਇਹਨਾਂ ਨੂੰ ਸਿੱਖਿਆ ਜੂ ਦੇਣੀ ਸੀ। ਵੇਦਾਂ ਦਾ ਹੰਕਾਰ ਸੀ ਤੇ ਵੇਦਾਂ ਨੂੰ ਹੰਕਾਰ ਨੂੰ ਨਿਵਰਤ ਕਰਨ ਵਾਸਤੇ ਜਿਹੜੀ ਆਕਾਸ਼ਬਾਣੀ ਹੋਈ ਸੀ ਅਕਾਲ ਪੁਰਖ ਦੀ, ਅਕਾਲ ਪੁਰਖ ਕਵੀ ਜੀ ਕਹਿੰਦੇ ਕੌਣ ਹੈ? ਉਹ ਅਕਾਲ ਪੁਰਖ ਹੀ ਉਹਨਾਂ ਵੇਦਾਂ ਨੂੰ ਹਰਿਮੰਦਰ ਸਾਹਿਬ ਭੇਜਣ ਵਾਲਾ ਹੈ ਤੇ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਸਰੂਪ ਹੋ ਕੇ ਬੈਠਾ ਹੈ। ਹੰਕਾਰ ਨਿਵਰਤ ਕਰਨ ਵਾਸਤੇ ਪਰਮੇਸ਼ਰ ਨੇ ਆਪ ਹੀ ਵੇਦਾਂ ਨੂੰ ਆਕਾਸ਼ਬਾਣੀ ਕਰਕੇ ਪ੍ਰੇਰ ਕੇ ਮਨੁੱਖਾ ਦੇਹੀਆਂ ਧਰਵਾਈਆਂ ਤੇ ਮਨੁੱਖਾ ਦੇਹੀ ਧਾਰ ਕੇ ਪ੍ਰੇਰ ਕੇ ਇਹਨਾਂ ਨੂੰ ਹਰਿਮੰਦਰ ਸਾਹਿਬ ਭੇਜਿਆ ਤੇ ਇੱਥੇ ਅੱਗੋਂ ਆਪ ਹੀ ਪਰਮੇਸ਼ਰ ਦਰਸ਼ਨ ਦੇ ਰਹੇ ਆ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ। ਹੇ ਪਰਮੇਸ਼ਰ, ਤੂੰ ਜੋਗੀਆਂ ਵਿੱਚ ਜੋਗੀ ਹੈ, ਜਿਹੜੇ ਵਿਸ਼ੇ ਭੋਗਣ ਵਾਲੇ ਉਹਨਾਂ ਵਿੱਚ ਤੂੰ ਭੋਗੀ ਹੋ ਕਰਕੇ ਬੈਠਾ ਹੈ। ਐਸੇ ਹਨ ਪਰਮੇਸ਼ਰ ਅਕਾਲ ਪੁਰਖ, ਅਨੇਕ ਹੈ ਫਿਰ ਏਕ ਹੈ। ਉਹ ਨਿਰਗੁਣ ਸਰੂਪ ਵਿੱਚ ਖਾਲਸਾ ਜੀ ਇੱਕ ਹੈ, ਤੋ ਪਰਮੇਸ਼ਰ ਸਰਗੁਣ ਸਰੂਪ ਵਿੱਚ ਅਨੇਕਾਂ ਹੋ ਰਿਹਾ ਹੈ। ਸੈਵਈਆ ਛੰਦ ਆਸ ਸਰੂਪ ਦੇਖਤ ਬੇਸਮਾਏ। ਸਤਿਗੁਰਾਂ ਦਾ ਇਹੋ ਜਿਹਾ ਸਰੂਪ ਵੇਖ ਕੇ ਨਦਰੋ ਨਦਰ ਨਿਹਾਲ ਤੇ ਹੈਰਾਨ ਹੋ ਗਏ ਹਨ। ਹਰ ਮੰਦਿਰ ਮਹਿ ਸੁੰਦਰ ਸ਼ੋਭ। ਹਰਿਮੰਦਰ ਸਾਹਿਬ ਵਿੱਚ ਬੜਾ ਸੁੰਦਰ ਸ਼ੋਭਾ ਸਤਿਗੁਰਾਂ ਦੀ ਛਾ ਰਹੀ। ਮਹਾ ਬਿਸ਼ਨ ਕੋ ਰੂਪ ਮਨੋਹਰ। ਜਿਹੜਾ ਮਹਾ ਵਿਸ਼ਨ ਅਕਾਲ ਪੁਰਖ ਹੈ, ਉਹਦਾ ਮਨ ਨੂੰ ਹਰਨ ਵਾਲਾ ਸੁੰਦਰ ਸਰੂਪ ਜੋ ਜਿਸ ਹੈ ਧਿਆਨ ਧਰ ਜੋਗੀ ਲੋਭ। ਇਹ ਵੇਖ ਰਹੇ ਹੈਰਾਨ ਹੁੰਦੇ, ਕਹਿੰਦੇ ਤਾਂ ਉਹੀ ਪਰਮੇਸ਼ਰ ਹਰਿਮੰਦਰ ਸਾਹਿਬ ਵਿੱਚ ਬੈਠਾ ਹੈ ਜਿਸ ਪਰਮੇਸ਼ਰ ਦਾ ਧਿਆਨ ਧਰਦਿਆਂ ਉਹਦੇ ਦਰਸ਼ਨਾਂ ਦੀ ਪ੍ਰਾਪਤੀ ਵਾਸਤੇ ਖੌਰੇ ਕਿੰਨੇ ਜੋਗੀ ਮਰ ਗਏ ਹੈ। ਜਿਸ ਦੇ ਦਰਸ਼ਨਾਂ ਵਾਸਤੇ, ਜਿਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਅੱਜ ਤੀਕਰ ਪਤਾ ਨਹੀਂ ਕਿੰਨੇ ਕੁ ਜੋਗੀ ਜੋਗ ਸਾਧਨਾ ਸਾਧਦੇ ਇਸ ਸੰਸਾਰ ਤੋਂ ਮਰ ਚੁੱਕੇ ਹੈ। ਉਸ ਪਰਮੇਸ਼ਰ ਦੇ ਸਾਨੂੰ ਹਰਿਮੰਦਰ ਸਾਹਿਬ ਵਿੱਚ ਦਰਸ਼ਨ ਹੋ ਰਹੇ ਆ। ਉਸਤਤ ਕਰਨ ਲੱਗੇ ਹੋਏ ਠਾਡੇ। ਤੋ ਸਾਧ ਸੰਗਤ ਜੀ ਖੜੇ ਹੋ ਕੇ ਮਹਾਰਾਜ ਦੇ ਹਜ਼ੂਰ
ਇਹ ਸਾਰੇ ਭੱਟ ਮਹਾਰਾਜ ਦੀ ਸੋਭਾ ਗਾਉਣ ਲੱਗ ਪਏ ਹਨ। ਜਿਨ ਕੈ ਭਇਓ ਪ੍ਰੇਮ ਕੋ ਛੋਭ, ਕਿਉਂਕਿ ਇਹਨਾਂ ਦੇ ਮਨ ਵਿੱਚ ਸਤਿਗੁਰਾਂ ਦੇ ਪ੍ਰੇਮ ਦੀ ਸ਼ੋਭ ਲੱਗ ਚੁੱਕੀ ਹੈ। ਨਮਸਕਾਰ ਪੁਨ ਪੁਨ ਪਗ ਪੰਕਜ, ਵਾਰ-ਵਾਰ ਪੁਨः ਮਹਾਰਾਜ ਦੇ ਚਰਨਾਂ ਤੇ ਮੱਥੇ ਟੇਕ ਰਹੇ ਹਨ। ਰੇਦਾ ਪਰਮ ਗੰਭੀਰ ਅਛੋਭ, ਜਿਨ੍ਹਾਂ ਸਤਿਗੁਰਾਂ ਦਾ ਹਿਰਦਾ ਪਰਮ ਵੱਡਾ ਹੀ ਗੰਭੀਰ ਹੈ ਤੇ ਕਿਸੇ ਵੀ ਦੁੱਖ ਤੋਂ ਅਸ਼ੋਭ ਹੈ। ਭੁਜੰਗ ਛੰਦ ਦਇਆ ਸਿੰਧ ਦੀਨਾਨ ਬੰਧੂ ਕਿਰਪਾਲਾ, ਇਹ ਬੇਨਤੀ ਕਰਦੇ ਮਹਾਰਾਜ ਦੀ ਸੋਭਾ ਗਾਉਂਦੇ ਆ, ਹੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਮਹਾਰਾਜ ਪਰਮੇਸ਼ਰ ਆਪ ਦਇਆ ਦੇ ਸਮੁੰਦਰ ਹੋ, ਮਹਾਰਾਜ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ, ਜਿਹੜੇ ਦੀਨ ਹਨ ਨਿਮਾਣੇ ਸਤਿਗੁਰੂ ਉਹਨਾਂ ਦੇ ਸੰਬੰਧੀ ਹੋ, ਪਤ ਰੱਖਣ ਵਾਲੇ ਕਿਰਪਾ ਦੇ ਘਰ ਹੋ। ਨਮੋ ਪਾਦ ਕੰਜੰ ਅਪੰਜੰ ਉਜਾਲਾ, ਮਹਾਰਾਜ ਤੁਹਾਡੇ ਚਰਨ ਕਮਲਾਂ ਤੇ ਨਮਸਕਾਰ ਹੈ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ, ਆਪ ਮਹਾਰਾਜ ਨਾਸ਼ ਤੋਂ ਰਹਿਤ ਹੋ, ਗੁਰੂ ਗਰੀਬ ਨਵਾਜ ਪ੍ਰਕਾਸ਼ ਸਰੂਪ ਹੋ। ਅਜੈ ਹੋ ਅਨਾਸੀ ਅਨਾਦਿ ਅਨੂਪੰ, ਜਨਮ ਤੋਂ ਮਹਾਰਾਜ ਆਰਹਿਤ ਹੋ, ਜਾਂ ਜੈ ਜਿੱਤਣ ਤੋਂ ਆਰਹਿਤ ਅਜਿੱਤ ਹੋ ਸੱਚੇ ਪਾਤਸ਼ਾਹ, ਆਪ ਨਾਸ਼ ਤੋਂ ਰਹਿਤ ਹੋ ਗੁਰੂ ਗਰੀਬ ਨਵਾਜ। ਅਨ ਆਦਿ ਆਦ ਮੁੱਢ ਅਨ ਨਹੀਂ ਹੈ ਤੁਹਾਡਾ, ਕਿਸੇ ਨੇ ਅੰਤ ਆਦ ਨਹੀਂ ਪਾਇਆ। ਮਹਾਰਾਜ ਰਾਜਾਨ ਕੇ ਰਾਜ ਰੂਪੰ, ਕੀ ਉਪਮਾ ਕਰੀ ਮਹਾਰਾਜ, ਉਪਮਾ ਤੋਂ ਵੀ ਆਪ ਅਨਰਹਿਤ ਹੋ, ਇਸ ਲਈ ਅਨੂਪਮ ਹੋ। ਮਹਾਰਾਜ ਰਾਜਾਨ ਕੇ ਰਾਜ ਰੂਪੰ, ਮਹਾਰਾਜ ਤੁਸੀਂ ਰਾਜਿਆਂ ਕੇ ਰਾਜਾ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਆਪ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਸਰੂਪ ਹੋ। ਸਭੈ ਬੀਚ ਬਾਸੋ ਅਲੇਪੰ ਸਦਾ ਹੋ, ਸਭ ਜੀਵਾਂ ਵਿੱਚ ਮਹਾਰਾਜ ਤੁਸੀਂ ਚੇਤਨ ਸੱਤਾ ਰੂਪ ਹੋ ਕਰਕੇ ਵਸਦੇ ਹੋ, ਤੇ ਨਾਲ ਹੀ ਮਹਾਰਾਜ ਵਿੱਚ ਰਹਿੰਦੇ ਹੋਏ ਵੀ ਸਭ ਤੋਂ ਅਲੇਪ ਹੋ ਰਹੇ ਹੋ, ਵਿੱਚ ਵੀ ਹੋ ਸਭ ਦੇ ਤੇ ਸਭ ਤੋਂ ਰਹਿਤ ਨਿਰਲੇਪ ਵੀ ਹੋ। ਅਜੋਨੀ ਅਛੈ ਏਕ ਰੂਪੰ ਅਜਾਹੋ, ਮਹਾਰਾਜ ਆਪ ਜੂਨੀਆਂ ਤੋਂ ਵੀ ਰਹਿਤ ਹੋ, ਤੋ ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਛੈ ਨਾਸ਼ ਹੋਣ ਤੋਂ ਮਹਾਰਾਜ ਜੀ ਆਪ ਰਹਿਤ ਹੋ, ਇੱਕ ਰੂਪ ਹੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ। ਅਜਾ ਕਹੀਏ ਅਜਨਮੇ ਹੋ ਸੱਚੇ ਪਾਤਸ਼ਾਹ, ਕੋਈ ਜਨਮ ਨਹੀਂ, ਜਨਮ ਮਰਨ ਦੇ ਵਿੱਚ ਨਹੀਂ ਹੋ। ਕਥੇ ਮੋ ਨ ਆਵੈ ਕਥੈ ਕੌਣ ਤੋਹੀ, ਅਕਥ ਹੋ ਸੱਚੇ ਪਾਤਸ਼ਾਹ, ਕਥਨ ਵਿੱਚ ਨਹੀਂ ਆਉਂਦੇ, ਇਸ ਲਈ ਤੁਹਾਡੀ ਸੋਭਾ ਕੌਣ ਹੈ ਜਿਹੜਾ ਬਿਆਨ ਕਰ ਸਕੇ ਪੂਰੀ। ਨਿਰਾਲੰਬ ਚਿਤਰੰ ਨਿਰਾਲੰਬ ਹੋਹੀ, ਸਭ ਤੋਂ ਨਿਰਾਲੇ ਹੋ ਸਤਿਗੁਰੂ ਜੀ, ਸਭ ਤੋਂ ਵੱਖਰੇ ਹੋ, ਸਭ ਦੇ ਵਿੱਚ ਮਿਲੇ ਹੋਏ ਵੀ ਹੋ, ਬਚਿੱਤਰ ਸੁੰਦਰ ਹੋ, ਨਿਰਾਲੰਬ, ਅਲੰਬ ਨਾਮ ਆਸਰੇ ਦਾ, ਨਿਰਰਹਿਤ ਹੋ ਮਹਾਰਾਜ ਜੀ ਆਪ ਆਸਰੇ ਤੋਂ, ਕਿਸੇ ਦਾ ਆਸਰਾ ਨਹੀਂ ਮਹਾਰਾਜ, ਸੁਤੇ ਪ੍ਰਕਾਸ਼ ਹੋ। ਸਭੀ ਤੋਹੇ ਮੈਂ ਤੂੰ ਸਭੇ ਮੈਂ ਬਿਰਾਜੈ, ਤੁਸੀਂ ਸਾਰਿਆਂ ਵਿੱਚ ਹੋ ਮਹਾਰਾਜ, ਤੇ ਸਭ ਸੰਸਾਰ ਤੁਹਾਡੇ ਵਿੱਚ ਬਿਰਾਜ ਰਿਹਾ ਹੈ। ਆਕਾਸੰ ਜਥਾ ਏਕ ਸਾਰੇ ਸੋ ਛਾਜੈ, ਤੁਸੀਂ ਇਸ ਤਰ੍ਹਾਂ ਸਭ ਪਾਸੇ ਵਿਆਪਕ ਹੋ ਰਹੇ, ਪਰਿਪੂਰਨ, ਜਿਵੇਂ ਆਕਾਸ਼ ਸਭ ਧਰਤੀ ਉੱਪਰ ਬਿਰਾਜਮਾਨ ਜਾਂ ਖੰਡਾਂ ਬ੍ਰਹਮੰਡਾਂ ਉੱਪਰ ਆਕਾਸ਼ ਸੁਭਾਏਮਾਨ ਹੋ ਰਿਹਾ ਹੈ। ਬ੍ਰਹਮੰਡੰ ਅਖੰਡੰ ਤੁਮੀ ਦੇਹ ਧਾਰੀ, ਮਹਾਰਾਜ ਤੁਸੀਂ ਬ੍ਰਹਮੰਡ ਅਖੰਡ ਇੱਕ ਰਸ ਤੁਸੀਂ ਦੇ ਧਾਰੀ, ਈਸ਼ ਰੂਪ ਹੋ ਕਰਕੇ ਮਹਾਰਾਜ ਤੁਸੀਂ ਖੰਡਾਂ ਬ੍ਰਹਮੰਡਾਂ ਰੂਪ ਦੇਹੀ ਧਾਰੀ ਹੈ। ਦੋ ਨੈਣ ਭਾਨੂ ਸਸੀ ਜੋਤ ਪਾਰੀ, ਮਹਾਰਾਜ ਵਿਰਾਟ ਸਰੂਪ ਤੁਹਾਡਾ ਜਿਹੜਾ ਹੈ ਉਹਦੇ ਦੋ ਨੈਣ ਹੈ, ਇੱਕ ਭਾਣ ਸੂਰਜ ਹੈ, ਦੂਸਰਾ ਮਹਾਰਾਜ ਚੰਦਰਮਾ। ਚੰਦਰਮਾ ਤੇ ਸੂਰਜ ਦੋਵੇਂ ਤੁਹਾਡੇ ਨੇਤਰ ਹੈ ਵਿਰਾਟ ਸਰੂਪ ਦੇ, ਜਿਸ ਦੀ ਭਾਰੀ ਜੋਤ ਹੈ, ਪ੍ਰਕਾਸ਼ ਹੈ। ਦਿਸਾ ਸ਼੍ਰਾਵਣ ਤੇਰੇ ਨਭੰ ਸੀਸ ਗਾਵੈ, ਜਿਹੜੀਆਂ 4 ਦਿਸ਼ਾਵਾਂ ਜਾਂ 10 ਦਿਸ਼ਾਵਾਂ ਨੇ, ਇਹ ਮਹਾਰਾਜ ਤੁਹਾਡੇ ਕੰਨ ਹਨ। ਇਹ ਪਰਮੇਸ਼ਰ ਗੁਰੂ ਅਰਜਨ ਦੇਵ ਜੀ ਵਿਰਾਟ ਸਰੂਪ ਦੇ। ਨਭੰ ਸੀਸ ਗਾਵੈ, ਤੋ ਜਿਹੜਾ ਸੀਸ ਹੈ ਉਹ ਆਕਾਸ਼ ਤੁਹਾਡਾ ਗਾਇਆ ਜਾਂਦਾ ਹੈ, ਆਖਿਆ ਜਾਂਦਾ ਹੈ। ਮਹਾਪੁੰਨ ਅਗਰੰ ਪ੍ਰੀਸ਼ੀ ਪਾਪ ਥਾਵੈ, ਵੱਡੇ ਪੁੰਨ ਹੁੰਦੇ ਤੁਹਾਡਾ ਸਰੀਰ ਦਾ ਅਗਲਾ ਜਿਹੜਾ ਪ੍ਰਕਾਸ਼ ਪਾਸਾ ਹੈ, ਤੇ ਜਿੰਨੇ ਪਾਪ ਸੰਸਾਰ ਤੇ ਉਹ ਤੁਹਾਡੀ ਕੰਡ ਗਿਣੀ ਜਾਂਦੀ ਹੈ ਵਿਰਾਟ ਸਰੂਪ ਦੀ। ਮਹਾ ਸਿੰਧ ਕੁਖੀ ਤਰੂ ਰੋਮ ਬ੍ਰਿੰਦੰ, ਜਿੰਨੇ ਭਾਰ 18 ਬਨਸਪਤ ਹੈ ਜਿਹੜੀ ਉਹ ਤੁਹਾਡੇ ਰੋਮ ਹਨ ਪਰਮੇਸ਼ਰ ਗੁਰੂ ਅਰਜਨ ਦੇਵ ਜੀ, ਤੇ ਜਿਹੜੇ ਸਮੁੰਦਰ ਹੈ
ਉਹ ਤੁਹਾਡਾ ਪੇਟ ਮੰਨਿਆ ਗਾਇਆ ਜਾਂਦਾ ਹੈ। ਆਹੈ ਪਾਏ ਪਾਤਾਲ ਤੋਹੀ ਮੁਕੰਦੰ। ਪੈਰ ਤੁਹਾਡੇ ਵਿਰਾਟ ਸਰੂਪ ਦੇ ਪਤਾਲ ਹਨ, ਤੁਸੀਂ ਮਹਾਰਾਜ ਮੁਕਤੀ ਦੇ ਦਾਤੇ ਹੋ। ਗੁਰੂ ਨਾਨਕੰ ਬੰਸ ਬੇਦੀਨ ਮਾਹੀ। ਹੇ ਪਰਮੇਸ਼ਰ, ਤੁਸੀਂ ਹੀ ਅਵਤਾਰ ਧਾਰਿਆ ਗੁਰੂ ਨਾਨਕ ਪਾਤਸ਼ਾਹ ਦਾ ਬੇਦੀਆਂ ਦੀ ਕੁਲ ਦੇ ਅੰਦਰ। ਨਰੰਗ ਦੇਹ ਧਾਰੀ ਜਪੈ ਜਾਪ ਜਾਹੀ। ਹਾਂ, ਤੁਸੀਂ ਮਨੁੱਖਾ ਦੇਹੀ ਧਾਰੀ ਪਰਮੇਸ਼ਰ ਜੀ, ਜਪੈ ਜਾਪ ਜਾਹੀ, ਤਾਂ ਕਿ ਸਭ ਸੰਸਾਰ ਅਕਾਲ ਪੁਰਖ ਦਾ ਜਾਪ ਜਪਿਆ ਕਰੇ ਜੀ। ਕਲੀ ਮੈਂ ਦਇਆ ਤਾਰ ਨਾਮੰ ਜਪਾਇਓ। ਤੁਸੀਂ ਗੁਰੂ ਨਾਨਕ ਸਰੂਪ ਹੋ ਕਰਕੇ ਸੰਸਾਰ ਵਿੱਚ ਕਲਯੁਗ ਦੇ ਭਿਆਨਕ ਸਮੇਂ ਵਿੱਚ ਨਾਮ ਦਾ ਛੱਟਾ ਦਿੱਤਾ। ਕਲਯੁਗ ਦੇ ਅੰਦਰ ਤੁਸੀਂ ਜੀਵਾਂ ਨੂੰ ਨਾਮ ਦੀਆਂ ਦਾਤਾਂ ਬਖਸ਼ੀਆਂ, ਨਾਮ ਜਪਾਉਣਾ ਕੀਤਾ ਹੈ। ਕਰਿਓ ਪੰਥ ਸਿੱਖੀ ਤਰੇ ਜਾਹੇ ਪਾਇਓ। ਸਿੱਖੀ ਦਾ ਰਸਤਾ ਚਲਾਇਆ ਹੇ ਗੁਰੂ ਨਾਨਕ ਪਾਤਸ਼ਾਹ ਹੋ ਕੇ, ਤੋ ਸਿੱਖੀ ਦੇ ਇਹੋ ਜਿਹੇ ਰਸਤੇ ਤੇ ਜਿਹੜੇ ਜਿਹੜੇ ਪੈ ਗਏ ਉਹ ਪਾਰ ਹੋ ਗਏ ਮਹਾਰਾਜ ਜੀਓ। ਗੁਰੂ ਅੰਗਦੰ ਰੂਪ ਹੋਏ ਕਿਰਪਾਲਾ। ਫਿਰ ਤੁਸੀਂ ਦੂਸਰਾ ਸਰੂਪ ਧਾਰਿਆ ਪਰਮੇਸ਼ਰ ਜੀ, ਤੁਸੀਂ ਮਹਾਰਾਜ ਤ੍ਰਿਹਣ ਕੁਲ ਵਿੱਚ ਧੰਨ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਜੀ ਹੋਏ ਹੋ ਕਿਰਪਾ ਖਜ਼ਾਨੇ। ਕਰਾਮਾਤ ਕਾਹੂ ਨਾ ਦੀਨੀ ਵਿਸਾਲਾ। ਕਿਸੇ ਨੂੰ ਕਰਾਮਾਤ ਬਹੁਤ ਸੀ ਆਪ ਵਿੱਚ, ਪਰ ਤੁਸੀਂ ਕਰਾਮਾਤ ਨਾ ਵਿਖਾਈ। ਹੈ ਸੱਚੇ ਪਾਤਸ਼ਾਹ, ਗੁਰੂ ਅੰਗਦ ਸਾਹਿਬ ਮਹਾਰਾਜ ਦਾ ਰੂਪ ਹੋ ਕਰਕੇ ਇੰਨੇ ਛੁਪ ਕੇ ਰਹੇ ਕਿ ਤੁਹਾਨੂੰ ਮਹਾਰਾਜ ਖਡੂਰ ਦੇ ਤਪੇ ਨੇ ਪਿੰਡ ਦੇ ਖਹਿਰੇ ਜੱਟਾਂ ਨੂੰ ਪਿੱਛੇ ਲਾ ਕੇ ਨਰਾਦਰ ਕਰਕੇ ਖਡੂਰ ਸਾਹਿਬ ਚੋਂ ਕੱਢ ਦਿੱਤਾ ਤੇ ਛਪਰੀ ਸਾਹਿਬ ਦੇ ਸਥਾਨ ਤੇ ਜਾ ਕੇ ਬਹਿ ਗਏ। ਕਿਸੇ ਨੂੰ ਓਏ ਤੱਕ ਨਾ ਆਖੀ। ਜਦੇ ਹੀ ਆਪਦਾ ਘਰ ਕੱਟ ਤੇ ਸਾਰਾ ਖਡੂਰ ਸਾਹਿਬ ਛੱਡ ਦਿੱਤਾ ਸੀ। ਸਾਰੀ ਕਰਾਮਾਤ ਹੁੰਦਿਆਂ ਹੋਇਆਂ ਵੀ ਆਪ ਬੜੇ ਛੁਪ ਕੇ ਰਹੇ ਹੋ। ਜਰਿਓ ਜੋਰ ਦੀ ਹੰਗਰੇ ਦੇ ਮੈਂ ਗਹੀਰੰ। ਤੋ ਸੱਚੇ ਪਾਤਸ਼ਾਹ ਆਪ ਐਸੇ ਦਇਆ ਨਿਧ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਹੋ। ਤੋ ਮਹਾਰਾਜ ਜੀ ਆਪ ਭਾਰੀ ਬਲ ਹੋਣ ਦੇ ਬਾਵਜੂਦ ਵੀ ਆਪ ਦੇ ਅੰਦਰ ਹੀ ਜਰ ਰੱਖਿਆ। ਅਜਰ ਸ਼ਕਤੀਆਂ ਨੂੰ ਜਰਨ ਵਾਲੇ ਹੋ, ਹਿਰਦੇ ਦੇ ਬੜੇ ਗੰਭੀਰ ਗੁਰੂ ਅੰਗਦ ਪਾਤਸ਼ਾਹ ਹੋ। ਉਧਾਰੇ ਮਹਾ ਸਿੱਖ ਦੇ ਨਾਮ ਧੀਰੰ। ਤੁਸੀਂ ਬੜੇ ਸਿੱਖਾਂ ਨੂੰ ਉਧਾਰ ਕੀਤਾ, ਸਿੱਖਾਂ ਦਾ ਨਾਮ ਦਾ ਆਸਰਾ ਦੇ ਕਰਕੇ, ਨਾਮ ਦਾ ਧੀਰਜ ਦੇ ਕਰਕੇ, ਬਲ ਦੇ ਕਰਕੇ। ਪਿਤਾ ਮੋਹਰੀ ਕੇ ਤਰੀ ਦੇਹ ਫੇਰੀ। ਫਿਰ ਤੁਸੀਂ ਮੋਹਰੀ ਦੇ ਪਿਤਾ ਦੀ ਦੇਹ ਧਾਰੀ, ਭਾਵ ਤੀਸਰਾ ਸਰੂਪ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਹੋਏ ਹੋ। ਮਹਾਪੰਥ ਸਿੱਖੀ ਬਿਥਾਰੀ ਕਨੇਰੀ। ਗੁਰੂ ਨਾਨਕ ਪਾਤਸ਼ਾਹ ਦੇ ਪੰਥ ਨੂੰ ਬੜੀ ਦੂਰ ਦੂਰ ਤੱਕ ਆਪ ਜੀ ਨੇ ਫੈਲਾ ਦਿੱਤਾ ਸੀ। ਚਹੂ ਚੱਕਾ ਮੈਂ ਕੀਰਤੀ ਚਾਰ ਹੋਈ। ਚਾਰ ਚੱਕਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਤੁਹਾਡੀ ਬੜੀ ਸੋਭਾ ਹੋਈ ਹੈ। ਦਈ ਬ੍ਰਿੰਦ ਮੰਜੀ ਗੁਰੂ ਕੀ ਨਸੋਹੀ। ਬੜਿਆਂ ਨੂੰ ਪੂਜਣ ਯੋਗ ਕੀਤਾ ਤੁਸੀਂ। 22 ਮੰਜੀਆਂ 72 ਪੀੜੇ ਸਿੱਖ ਸਿੱਖਣੀਆਂ ਨੂੰ ਦੇ ਕੇ ਸਿੱਖੀ ਪੰਥ ਨੂੰ ਦੂਰ ਦੂਰ ਤੱਕ ਫੈਲਾਇਆ ਹੈ। ਗੁਰੂ ਰਾਮਦਾਸੰ ਪ੍ਰਕਾਸ਼ੇ ਵਿਸਾਲਾ। ਫਿਰ ਚੌਥਾ ਸਰੂਪ ਹੈ ਪਰਮੇਸ਼ਰ ਜੀ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ਮਾਨ ਹੋਏ। ਕਲੀ ਕੋਰ ਅੰਧੇਰ ਕੀਨੋ ਉਜਾਲਾ। ਕਲਯੁਗ ਦੇ ਘੋਰ ਅੰਧੇਰ ਵਿੱਚ ਗਿਆਨ ਦਾ ਪ੍ਰਕਾਸ਼ ਤੁਸਾਂ ਨੇ ਕੀਤਾ ਹੈ। ਤਿਨੋ ਕੇ ਪਏ ਨੰਦ ਰੂਪੰ ਤੁਮਾਰਾ। ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਪੁੱਤਰ ਸਾਹਿਬਜ਼ਾਦਾ ਉਹ ਕੌਣ ਹੈ? ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਜੀ ਤੁਹਾਡਾ ਰੂਪ ਹੈ। ਤੁਸੀਂ ਗੁਰੂ ਨਾਨਕ ਹੋ। ਨਾਨਕ ਤੂੰ ਲਹਿਣਾ ਤੁਹੀ ਗੁਰੂ ਅੰਗਦ, ਨਾਨਕ ਤੂੰ ਲਹਿਣਾ ਤੁਹੀ ਗੁਰੂ ਅਮਰ ਤੂੰ ਵਿਚਾਰਿਆ। ਤੁਸੀਂ ਗੁਰੂ ਨਾਨਕ ਹੋ, ਤੁਸੀਂ ਧੰਨ ਗੁਰੂ ਅੰਗਦ ਪਾਤਸ਼ਾਹ ਹੋ, ਤੁਸੀਂ ਗੁਰੂ ਅਮਰਦਾਸ ਹੋ, ਤੁਸੀਂ ਧੰਨ ਗੁਰੂ ਰਾਮਦਾਸ। ਤੇ ਉਹਨਾਂ ਦੇ ਘਰੇ ਹੀ ਫਿਰ ਪੈਦਾ ਹੋ ਕਰਕੇ ਅੱਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੋਢੀ ਪਾਤਸ਼ਾਹ ਤਖਤ ਤੇ ਸੁਭਾਏਮਾਨ ਹੋ। ਨਮਸਤੰ 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 ਉਦਾਰਾ। ਹੇ ਸਖੀ ਦਾਤੇ ਸਤਿਗੁਰੂ, ਨਮਸਤੰ ਮਨ ਕਰਕੇ, ਨਮਸਤੰ ਬਾਣੀ ਕਰਕੇ, ਨਮਸਤੰ ਸਰੀਰ ਕਰਕੇ। ਮਨ ਬਾਣੀ ਸਰੀਰ ਕਰਕੇ ਅਸੀਂ ਤੁਹਾਡੇ ਚਰਨੀ ਪੈਂਦੇ ਹਾਂ। ਸਾਡੀ ਬੰਦਨਾ ਹੈ ਆਪ ਜੀ ਨੂੰ। ਦੋਹਰਾ ਇਮ ਅਸ਼ਟਕ ਉਸਤਤ ਕਰੀ। ਕਵੀ ਜੀ ਕਹਿੰਦੇ ਇਸ ਤਰ੍ਹਾਂ ਖਾਲਸਾ ਜੀ ਅਸ਼ਟਕ ਉਸਤਤ, ਇਹ ਹੈ ਕਾਵ ਛੰਦ ਦਾ ਇਹ ਨਿਯਮ। ਤੋ ਇਹਨਾਂ ਨੇ ਕਹਿੰਦੇ ਅਸ਼ਟਕ ਉਸਤਤ ਕੀਤੀ। ਭੁਜੰਗ ਪ੍ਰਜਾਤ ਦੀ ਅਸ਼ਟਕ ਜਾਤੀ ਜਿਹੜੀ ਹੈ
ਉਹਦੇ ਵਿੱਚ ਬੜੀ ਸੋਭਾ ਗਾਉਣਾ ਕੀਤੀ ਹੈ। ਪਾਠ ਮਨ ਬਾਂਛਤ ਤੇ ਪਾਏ, ਮਨ ਬਾਂਛਤ ਫਲ ਪ੍ਰਾਪਤ ਕੀਤੇ ਮਹਾਰਾਜ ਪਾਸੋਂ। ਦੀਨ ਹੋਏ ਪੁਨ ਸਕਲ ਹੀ, ਫਿਰ ਬੜੇ ਆਏ ਨਮਾਣੇ ਜੇ ਨਿਮਰਤਾ ਸਹਿਤ ਹੋ ਰਹੇ ਹਨ। ਚਰਨ ਰਹੇ ਚਰਨ ਲਪਟਾਏ, ਤੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਪਟ ਰਹੇ ਹਨ। ਸੈਵਈਆ ਛੰਦ ਸ਼੍ਰੀ ਯਾਰ ਜਨ ਤਬ ਨਿਜ ਸਰੂਪ ਕੋ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਦੋਂ ਇਹ ਚਰਨੀ ਲੱਗੇ, ਮਹਾਰਾਜ ਦੀ ਬੜੀ ਸੋਭਾ ਗਾਈ। ਤੋ ਗਰੀਬ ਨਵਾਜ ਮਹਾਰਾਜ ਜੀ ਨੇ ਜਿਹੜਾ ਆਪਣਾ ਸਰੂਪ ਸੀ ਵਾਸਤਵ ਵਿੱਚ, ਸਭ ਹੀ ਦਿਜਣ ਦਿਖਾਵਨ ਕੀਨ। ਭਾਵ ਮਹਾਰਾਜ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਰੂਪ ਵਿੱਚ ਆ ਗਏ। ਜਦੋਂ ਇਹ ਆਏ ਖਾਲਸਾ ਜੀ ਮਹਾਰਾਜ ਦੇ ਦਰਸ਼ਨਾਂ ਨੂੰ, ਜਿਹੜਾ ਸਰੂਪ ਇਹਨਾਂ ਨੇ ਸੱਚਖੰਡ ਵਿੱਚ ਪਰਮੇਸ਼ਰ ਦਾ ਦੇਖਿਆ ਹੋਇਆ ਸੀ, ਮਹਾਰਾਜ ਉਹ ਸਰੂਪ ਵਿੱਚ ਪਹਿਲਾਂ ਇਹਨਾਂ ਨੂੰ ਦਰਸ਼ਨ ਦਿੱਤੇ। ਜਦੋਂ ਚਰਨੀ ਪਏ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਫਿਰ ਜਿਹੜਾ ਸਰੂਪ ਸੰਗਤਾਂ ਨੂੰ ਦਿਸ ਰਿਹਾ ਸੀ ਮਹਾਰਾਜ ਦਾ, ਉਹੀ ਸਰੂਪ ਵਿੱਚ ਇਹਨਾਂ ਨੂੰ ਦਰਸ਼ਨ ਦੇ ਦਿੱਤੇ ਹੈ। ਬੂਝਤ ਭਏ ਕਨ ਤੁਮ ਕਾਰਜ। ਤੋ ਗਰੀਬ ਨਵਾਜ ਫਿਰ ਪੁੱਛਣ ਲੱਗੇ, ਆਪ ਕੌਣ ਹੋ ਭਾਈ ਤੇ ਕਿਸ ਕਾਰਜ ਵਾਸਤੇ ਆਏ ਹੋ? ਔਰ ਬਾਛਤ ਲੈ ਹੋ ਜਾਚ ਪ੍ਰਬੀਨ। ਵੀ ਬਹੁਤ ਨਿਮਰਤਾ ਵਿਖਾ ਰਹੇ ਹੋ, ਜੋ ਚਾਹੀਦਾ ਭਾਈ ਇੱਛਾ ਮਨ ਵਿੱਚੋਂ ਮੰਗੋ, ਤੇ ਉਹੀ ਹੈ ਸਿਆਣੇ ਇਹ ਪੁਰਖੋ, ਉਹੀ ਇੱਛਾ ਮਨ ਦੀ ਪੂਰੀ ਕਰ ਲਵੋ ਜੀ। ਕਹਾਂ ਬਸਤ ਗਮਨੇ ਆਬ ਕਿਤ ਕੋ। ਕਿੱਥੇ ਰਹਿਣ ਵਾਲੇ ਹੋ ਤੇ ਅਗਾਂਹ ਹੁਣ ਤੁਸਾਂ ਨੇ ਕਿੱਥੇ ਜਾਣਾ? ਜਾਣਦੇ ਮਹਾਰਾਜ ਸਾਰਾ ਕੁਝ ਹੀ ਹੈ, ਕਿਉਂਕਿ ਵਿਖਾ ਦਿੱਤਾ ਨਾ ਵੀ ਅਸੀਂ ਉਹੀ ਹਾਂ ਜਿਨ੍ਹਾਂ ਤੁਹਾਨੂੰ ਇੱਥੇ ਭੇਜਿਆ ਤੁਹਾਡਾ ਹੰਕਾਰ ਦੂਰ ਕਰਨ ਵਾਸਤੇ। ਅਕਾਲ ਪੁਰਖ ਦਾ ਸਾਖਸ਼ਾਤ ਸਰੂਪ ਪਹਿਲਾਂ ਵਿਖਾਇਆ, ਫਿਰ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਇਸੇ ਸਰੂਪ ਵਿੱਚ ਆ ਕੇ ਇਉਂ ਪੁੱਛ ਰਹੇ ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਕਹਿੰਦੇ ਹਾਂ ਭਾਈ ਆਓ, ਕੌਣ ਹੋ ਆਪ ਤੇ ਕਿੱਥੋਂ ਆਏ ਹੋ, ਅੱਗੇ ਕਿੱਥੇ ਜਾਣਾ ਹੈ? ਹਮ ਟੇਗ ਆਏ ਕਿਆ ਚਿਤ ਚੀਨ। ਕੀ ਜਾਣ ਕੇ ਸਾਡੇ ਪਾਸ ਤੁਸੀਂ ਅੱਜ ਆਏ ਹੋ ਚੱਲ ਕੇ? ਮੁਖ ਹੋ ਤੋ ਸਭ ਹਿਨ ਮੈਂ ਪਿਖਾ। ਹੁਣ ਚੌਂ ਵੇਦਾਂ ਦਾ ਖਾਲਸਾ ਜੀ ਮੁਖੀ ਬ੍ਰਹਮਾ ਹੈ, ਜਿਹਦਾ ਨਾਮ ਪਿੱਖਾ ਹੈ। ਪਿੱਖਾ ਭੱਟ ਧਰਾ ਕੇ ਆਇਆ ਹੋਇਆ ਹੈ ਬ੍ਰਹਮਾ ਜੀ। ਤੋ ਫਿਰ ਇਹ ਭਗਤ ਭਿੱਖਾ ਜੀ ਸਾਰਿਆਂ ਚੋਂ ਮੁੱਖ ਸੀ। ਇਹਨਾਂ ਹੱਥ ਜੋੜ ਕੇ ਆਖਿਆ ਹੈ, ਬੋਲੇ ਓ ਬਾਕ ਹੋਏ ਕਰ ਦੀਨ। ਬੜੇ ਦੀਨ ਨਿਮਾਣੇ ਹੋ ਕਰਕੇ ਸਤਿਗੁਰਾਂ ਨੂੰ ਇਹ ਦੱਸਣ ਲੱਗੇ, ਭੱਟ ਭਿੱਖਾ ਜੀ। ਭਿੱਖੋ ਬਾਚ ਰਹਿਓ ਸੰਤ ਹਾ ਟੋਲ। ਇਹ ਸ਼ਬਦ ਖਾਲਸਾ ਜੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਸਰੂਪ ਵਿੱਚ ਤੀਜੇ ਪਾਤਸ਼ਾਹ ਦੇ ਸਵਈਆਂ ਵਿੱਚ ਇਹ ਸ਼ਬਦ ਦਰਜ ਹੈ। ਜਿਹੜਾ ਭੱਟਾਂ ਨੇ ਆ ਕੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਪੁੱਛਿਆ ਨਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੇ ਗਾਂਹ ਕਿੱਥੇ ਜਾਣਾ? ਕਹਿੰਦੇ ਮਹਾਰਾਜ ਰਹਿਓ ਸੰਤ ਹਉ ਟੋਲ। ਗਰੀਬ ਨਵਾਜ ਅਸੀਂ ਬੜੇ ਸਮੇਂ ਤੋਂ ਕੋਈ ਪੂਰਨ ਸੰਤ ਸ਼ਾਂਤ ਆਤਮਾ ਪੂਰਨ ਗੁਰੂ ਨੂੰ ਲੱਭ ਰਹੇ ਸਾਂ। ਸਾਧ ਬਹੁ ਡਿਠੇ ਤੇਰੇ। ਸਾਧ ਬਹੁ ਤੇਰੇ ਡਿਠੇ। ਸਾਧ ਅਸੀਂ ਬੜੇ ਡਿਠੇ ਆ ਸੰਸਾਰ ਦੇ ਉੱਪਰ, ਬੜੇ ਆਪਦੇ ਆਪ ਨੂੰ ਸਾਧੂ ਕਹਾਉਂਦੇ। ਤੋ ਸ਼ਾਂਤ ਆਤਮਾ ਸੀ ਲੱਭਦੇ ਲੱਭਦੇ ਬੜਿਆਂ ਸੰਸਾਰ ਦੇ ਸਾਧੂਆਂ ਦੇ ਪਾਸ ਵੀ ਗਏ ਸਾਂ। ਸੰਨਿਆਸੀ ਤਪਸੀਆ ਹੈ। ਬੜੇ ਬੜੇ ਸੰਨਿਆਸੀ ਵੱਡੀ ਵੱਡੀ ਤਪੱਸਿਆ ਕਰਨ ਵਾਲੇ ਵੀ ਮਿਲਦੇ ਰਹੇ। ਮੁਖਾ ਏ ਪੰਡਿਤ ਮਿੱਠੇ। ਤੇ ਜਿਹੜੇ ਪੰਡਤ ਕਹਿੰਦੇ ਅਸੀਂ ਗਿਆਨ ਸਾਰਾ ਹੀ ਸਾਡੇ ਕੋਲ ਹੈ, ਮਹਾਰਾਜ ਕੱਖ ਨਹੀਂ ਉਹਨਾਂ ਦੇ ਪੱਲੇ। ਮੁੱਖੋਂ ਹੋਏ ਪੰਡਿਤ ਮਿੱਠੇ, ਕੇਵਲ ਮੂੰਹ ਦੇ ਮਿੱਠੇ ਹਨ, ਹਿਰਦੇ ਵਿੱਚ ਅਗਿਆਨ ਹੀ ਅਗਿਆਨ ਹੈ। ਬਰਸ ਏ ਕਹਾ ਫਿਰਿਓ। ਸਤਿਗੁਰੂ ਮੈਂ ਭਿੱਖਾ 1 ਸਾਲ ਆਪਦੇ ਵੇਦ ਲੈ ਕੇ ਮਨੁੱਖਾ ਰੂਪ ਦੇ ਵਿੱਚ 16 ਭੱਟ ਇਹਨਾਂ ਨੂੰ ਲੈ ਕੇ ਮਹਾਰਾਜ ਜੀ 1 ਸਾਲ ਤੱਕ ਅਸੀਂ ਧਰਤੀ ਤੇ ਫਿਰਦੇ ਰਹੇ ਹਾਂ। ਕਿ ਨੈਣਾ ਪਰ ਚਾਲਾਇਆ। ਪਰ ਸੰਸਾਰ ਤੇ ਮਹਾਰਾਜ ਗਿਆਨ ਦਾ ਤੇ ਪਰਮੇਸ਼ਰ ਦੇ ਪ੍ਰੇਮ ਦਾ ਕਿਸੇ ਨੇ ਪਰਚਾ ਨਹੀਂ ਲਾਇਆ। ਮੁੱਖੋਂ ਕੁਝ ਹੋਰ ਕਹਿੰਦੇ ਆ ਮਹਾਰਾਜ ਜੀ, ਉਹ ਕਥਨੀ ਕਥਨੀ ਪੱਲੇ ਹੈ ਇਹਨਾਂ ਦੇ, ਕਰਨੀ ਉਹਨਾਂ ਦੇ ਕੋਲ ਨਹੀਂ ਹੈ। ਕਹਤੇ ਆਹ ਕਹਤੀ ਸੁਣੀ। ਉਹ ਜਿਹੜੀ ਕਹਤੇ ਉਹ ਕਥਨੀ ਆ ਨਾ ਮਹਾਰਾਜ, ਉਹ ਕਥਨੀ ਅਸੀਂ ਸੰਸਾਰ ਦੇ ਬੜੇ ਸਾਧਾਂ ਤਪੱਸੀਆਂ ਸੰਨਿਆਸੀ ਜੋਗੀ ਸਿੱਧ ਸਾਧਕਾਂ ਪਾਸੋਂ ਸੁਣੀ ਹੈ। ਰਹਿਤ ਕੋ ਖੁਸ਼ੀ ਨਾ ਆਇਆ। ਪਰ ਜਦੋਂ ਮਹਾਰਾਜ ਉਹਨਾਂ ਦੀ ਰਹਿਣੀ ਵੇਖੀ ਦੀ ਹੈ, ਮਨ ਵਿੱਚ ਕੋ ਖੁਸ਼ੀ ਨਾ ਆਇਓ। ਉਹਨਾਂ ਦੀ ਰਹਿਣੀ ਵੇਖ ਕੇ ਮਹਾਰਾਜ ਕੋਈ ਖੁਸ਼ੀ ਨਹੀਂ ਹੁੰਦੀ, ਦੁੱਖ ਹੁੰਦਾ ਹੈ ਕਿ ਪਰਮੇਸ਼ਰ ਦਾ ਬਾਣਾ ਪਾ ਕੇ ਜਾਂ ਪਰਮੇਸ਼ਰ ਦਾ ਰਾਹ ਦੱਸਣ ਵਾਲੇ ਆਪਦੇ ਆਪ ਨੂੰ ਕਹਾਉਣ ਵਾਲੇ ਹੋ ਕਰਕੇ
ਕੇਵਲ ਕਥਨੀ ਹੀ ਕਥਨੀ ਮਹਾਰਾਜ ਸੰਸਾਰ ਦੇ ਸਾਧੂਆਂ ਦੇ ਕੋਲ ਹੈ। ਕਿਨੇ ਨਹ ਪਰ ਸੱਚੇ ਪਾਤਸ਼ਾਹ ਜੀ ਰਹਿਤ ਕੋ ਖੁਸ਼ੀ ਨਾ ਆਇਓ। ਉਹਨਾਂ ਦੀ ਰਹਿਤ ਵੇਖ ਕੇ ਸਾਨੂੰ ਕੋਈ ਖੁਸ਼ੀ ਨਹੀਂ ਆਈ। ਜਦੋਂ ਗਿਆਨ ਦੀਆਂ ਗੱਲਾਂ ਕਰਦੇ ਉਦੋਂ ਤਾਂ ਬਹੁਤ ਚੰਗੇ ਲੱਗਦੇ ਆ, ਪਰ ਜਦੋਂ ਉਹਨਾਂ ਦੀ ਰਹਿਣੀ ਵੇਖੀ ਦੀ ਮਹਾਰਾਜ ਦੁੱਖ ਹੁੰਦਾ ਹੈ, ਖੁਸ਼ੀ ਨਹੀਂ ਪ੍ਰਾਪਤ ਹੁੰਦੀ ਹੈ। ਹਰ ਨਾਮ ਛੋੜ ਦੂਜਾ ਲੱਗੇ। ਕਿਉਂਕਿ ਉਹ ਤਾਂ ਹਰੀ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਹੋਰ ਹੀ ਪਾਸੇ ਲੱਗੇ ਹੋਏ ਆ। ਕੋਈ ਆਪਦੀ ਪੂਜਾ ਕਰਵਾਈ ਜਾਂਦਾ ਹੈ, ਕੋਈ ਮੜੀਆਂ ਨੂੰ ਮਨਾਈ ਜਾਂਦਾ ਹੈ, ਕੋਈ ਪਰਮੇਸ਼ਰ ਦਾ ਹੋਰ ਹੀ ਰੂਪ ਸੰਸਾਰ ਤੇ ਕਥਨ ਕਰੀ ਜਾਂਦਾ ਹੈ। ਸਭ ਮਹਾਰਾਜ ਆਪੋ ਆਪਣੀ ਸਿੱਖੀ ਸੇਵਕੀ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਮਹਾਰਾਜ ਹਰੀ ਦੇ ਨਾਮ ਨੂੰ ਛੱਡ ਦਿੱਤਾ ਤੇ ਦੂਜਾ ਪਾਸਾ ਪਕੜ ਲਿਆ ਹੈ। ਤਿਨ ਕੇ ਗੁਣ ਹਉ ਕਿਆ ਕਹਾ। ਇਹ ਵਿਅੰਗ ਨਾਲ ਕਹਿੰਦੇ ਮਹਾਰਾਜ ਹੁਣ ਉਹਨਾਂ ਦੇ ਗੁਣ ਕੀ ਦਸੀਏ ਤੁਹਾਨੂੰ, ਭਾਵ ਵੀ ਉਹਨਾਂ ਵਿੱਚ ਕੋਈ ਗੁਣ ਹੋਵੇ ਤੇ ਤੁਹਾਨੂੰ ਦਸੀਏ ਸਤਿਗੁਰੂ ਜੀਓ। ਗੁਰ ਦਈਏ ਮਿਲਾਇਆ ਭਿਖਿਆ। ਹਾਂ ਤੋ ਭਿੱਖਾ ਜੀ ਕਹਿੰਦੇ ਅਸੀਂ ਕਹਿੰਦੇ ਆ ਹੇ ਗੁਰੂ ਅਰਜਨ ਦੇਵ ਜੀ ਜਾਂ ਹੇ ਪਰਮੇਸ਼ਰ ਅਕਾਲ ਪੁਰਖ ਦਈਏ ਨਾਮ ਪ੍ਰੇਰਕ ਦਾ। ਹੇ ਪ੍ਰੇਰਕ ਪਰਮੇਸ਼ਰ ਅਕਾਲ ਪੁਰਖ ਜੀ ਤੁਸੀਂ ਸਾਨੂੰ ਪ੍ਰੇਰ ਕੇ ਅੰਮ੍ਰਿਤਸਰ ਸਾਹਿਬ ਭੇਜਿਆ ਹੈ, ਹੁਣ ਦਇਆ ਕਰੋ। ਇਹ ਭਿੱਖਾ ਜੀ ਕਹਿੰਦਾ ਗੁਰ ਦਈਏ ਮਿਲਾਇਓ ਭਿਖਿਆ। ਦਈਏ ਪਰਮੇਸ਼ਰ ਅਕਾਲ ਪੁਰਖ ਪ੍ਰੇਰਕ ਨੇ ਸਾਨੂੰ ਪ੍ਰੇਰ ਕੇ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜੈਸਾ ਵੱਡਾ ਗੁਰੂ ਐਸਾ ਗੁਰ ਵਡਭਾਗੀ ਪਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਤੁਹਾਡੇ ਲੜ ਲਾ ਦਿੱਤਾ ਹੈ। ਜਿਵ ਤੂੰ ਰੱਖਹਿ ਤਿਵ ਰਹਾ। ਮਹਾਰਾਜ ਹੁਣ ਜਿਵੇਂ ਤੁਸੀਂ ਰੱਖੋਗੇ ਨਾ ਸਾਨੂੰ ਅਸੀਂ ਉਸੇ ਤਰ੍ਹਾਂ ਹੀ ਰਹਾਂਗੇ। ਮਹਾਰਾਜ ਸਾਡੀ ਹੁਣ ਭਾਲ ਖਤਮ ਹੋ ਚੁੱਕੀ। ਗਰੀਬ ਨਵਾਜ ਵਰਾ ਇੱਕ ਬਹੁਤ ਦੂਰ ਦੂਰ ਤੱਕ ਭਟਕਦੇ ਰਹੇ, ਪਰ ਮਹਾਰਾਜ ਕਿਸੇ ਨੇ ਵੀ ਪ੍ਰੇਮ ਦੇ ਰਾਹ ਤੇ ਨਹੀਂ ਪਾਇਆ। ਤੁਹਾਡੇ ਦਰਸ਼ਨ ਕਰਕੇ ਸ਼ਾਂਤੀ ਪ੍ਰਾਪਤ ਹੋਈ। ਜਾਣਿਆ ਵੀ ਸੰਸਾਰ ਵਿੱਚ ਅਸੀਂ ਸੋਚਦੇ ਸੀਗੇ ਵੀ ਸਾਡੇ ਕਰਕੇ ਭਾਵ ਵੇਦਾਂ ਕਰਕੇ ਗਿਆਨ ਹੈ, ਪਰ ਮਹਾਰਾਜ ਵੇਦਾਂ ਨੂੰ ਪੜ੍ਹਨ ਵਾਲੇ ਸਭ ਤੋਂ ਵੱਡੇ ਅਗਿਆਨੀ ਹਨ। ਤੋ ਆਪ ਜੀ ਦੇ ਦਰਸ਼ਨ ਕੀਤੇ ਤੋ ਇਹ ਗਿਆਤ ਹੋਈ ਹੈ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਆਪ ਜੀ ਤੋਂ ਬਿਨਾਂ ਮਹਾਰਾਜ ਜੀਵ ਦਾ ਛੁਟਕਾਰਾ ਨਹੀਂ। ਆਪ ਦਇਆ ਨਿਧ ਹੋ। ਜਿਵੇਂ ਤੁਸੀਂ ਰੱਖੋਗੇ ਸੱਚੇ ਪਾਤਸ਼ਾਹ ਜੀਓ ਉਸੇ ਤਰ੍ਹਾਂ ਮਹਾਰਾਜ ਅਸੀਂ ਰਹਿਣਾ ਕਰਾਂਗੇ। ਇਹ ਖਾਲਸਾ ਜੀ ਜਿਹੜਾ ਸ਼ਬਦ ਹੈ ਤੀਸਰੇ ਪਾਤਸ਼ਾਹ ਜੀ ਦੇ ਸਵਈਆਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ, ਜਿਹੜਾ ਇਹਨਾਂ ਭੱਟਾਂ ਨੇ ਆ ਕੇ ਪਹਿਲਾ ਸ਼ਬਦ ਮਹਾਰਾਜ ਨੂੰ ਦੱਸਿਆ ਵੀ ਸਾਡੀ ਕੀ ਹਾਲਤ, ਅਸੀਂ ਕੌਣ ਆ ਮਹਾਰਾਜ। ਇਹ ਗੁਰਬਾਣੀ ਸਤਿਗੁਰਾਂ ਦੀ ਗਵਾਹੀ ਭਰਦੀ ਖਾਲਸਾ ਜੀ ਉਹ ਕੌਣ ਸਨ। ਤੋ ਇਹ ਕਥਾ ਹਰਿਦੇ ਵਸੇ। ਅੱਗੇ ਫਿਰ ਜਿਵੇਂ ਸਤਿਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੂੰ ਇਹਨਾਂ ਬੇਨਤੀ ਕੀਤੀ ਤਾਂ ਮਹਾਰਾਜ ਕਹਿੰਦੇ ਭਾਈ ਵਧੀਆ ਸਮੇਂ 'ਤੇ ਆਏ ਹੋ, ਇੱਥੇ ਗੁਰਬਾਣੀ ਲਿਖੀ ਜਾ ਰਹੀ ਹੈ, ਤੁਸੀਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਸੋਭਾ ਗਾਓ ਅਤੇ ਉਹ ਅਸੀਂ ਗੁਰਬਾਣੀ ਰੂਪ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਾਂਗੇ। ਤੋ ਉਸ ਸਮੇਂ ਸਾਧ ਸੰਗਤ ਜੀ ਫਿਰ ਇਹਨਾਂ ਬੇਨਤੀ ਕੀਤੀ ਮਹਾਰਾਜ ਪਹਿਲਾਂ ਆਪ ਉਸਤਤੀ ਕਰਕੇ ਸਾਨੂੰ ਦੱਸੋ, ਕਿਉਂਕਿ ਇਹਨਾਂ ਦੀ ਅਸੀਂ ਉਸੇ ਹੀ ਭਾਸ਼ਾ ਵਿੱਚ ਜਿਸ ਤਰ੍ਹਾਂ ਤੁਸੀਂ ਗਾਓਗੇ, ਅਸੀਂ ਇਹ ਵਿਦਵਾਨ ਬਹੁਤ ਸੀਗੇ, ਅਸੀਂ ਉਸੇ ਤਰ੍ਹਾਂ ਮਹਾਰਾਜ ਸਤਿਗੁਰੂ ਤੁਹਾਨੂੰ ਉਸੇ ਭਾਸ਼ਾ ਵਿੱਚ ਉਸੇ ਤਰੀਕੇ ਨਾਲ ਅਸੀਂ ਗਾਵਾਂਗੇ। ਤੋ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਪਹਿਲਾਂ ਸਵਈਏ ਆਉਂਦੇ ਆ ਨਾ ਉਹ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਪਾਤਸ਼ਾਹ ਜੀਆਂ ਦੇ ਆ। ਉਹ ਪਹਿਲੇ ਸਵਈਏ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰੇ ਹੋਏ ਆ। ਉਸ ਤੋਂ ਬਾਅਦ ਜਦੋਂ ਬਾਅਦ ਵਿੱਚ ਆਉਂਦੇ ਆ ਸਵਈਏ ਮਹੱਲੇ ਪਹਿਲੇ ਕੇ, ਉਹ ਮਗਰਲੇ ਸਵਈਏ ਜਿਹੜੇ ਉਹ ਭੱਟਾਂ ਦੇ ਗਾਏ ਹੋਏ ਸਵਈਏ ਆ। ਉਹ ਅੱਗੇ ਨਿਰਣਾ ਹੋ ਜਾਵੇਗਾ ਜਦੋਂ ਕਥਾ ਅਗਲੀ ਸੁਣੋਗੇ। ਇੱਥੇ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਰ ਨਾਮ ਛੋੜ ਦੂਜਾ ਲੱਗੇ, ਤਿਨ ਕੇ ਗੁਣ ਹਉ ਕਿਆ ਕਹਾ। ਗੁਰ ਦਈਏ ਮਿਲਾਇਆ ਭਿਖਿਆ, ਜਿਵ ਤੂੰ ਰੱਖਹਿ ਤਿਵ ਰਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।